ਤੁਸੀਂ ਦੇਖ ਰਹੇ ਹੋ ਡੇਲੀ ਪੋਸਟ। ਅਸੀਂ ਅਕਸਰ ਖਬਰਾਂ ਸੁਣਦੇ ਹਾਂ ਕਿ ਕੁੜੀ ਦਾ ਵਿਆਹ ਕੈਨੇਡਾ, ਅਮਰੀਕਾ ਜਾਂ ਵਿਦੇਸ਼ ਦੀ ਧਰਤੀ 'ਚ ਹੋਇਆ, ਪਰ ਦੂल्हा ਉਹਨੂੰ ਲੈ ਕੇ ਨਹੀਂ ਗਿਆ। ਪਰ ਜਿਹੜੀ ਤੁਹਾਨੂੰ ਅਸੀਂ ਅੱਜ ਖਬਰ ਦਿਖਾ ਰਹੇ ਹਾਂ, ਇਹ ਬਠਿੰਡਾ ਦੇ ਕਸਬਾ ਭਗਤਾ ਭਾਈਕਾ ਦੀ ਹੈ, ਜਿੱਥੋਂ ਦਾ ਗੁਰਪਿੰਦਰ ਸਿੰਘ 2019 'ਚ ਇਹਦਾ ਵਿਆਹ ਹੁੰਦਾ ਹੈ। ਬਠਿੰਡਾ ਤੋਂ ਬਿਲੋਂਗ ਕਰਦੀ ਹੈ ਕੁੜੀ, ਕੈਨੇਡਾ ਦੇ ਵਿੱਚ ਸਟੱਡੀ ਦੇ ਬਿਹਾਵ ਦੇ ਉੱਤੇ ਗਈ ਹੋਈ, ਤਾਂ ਉਸ ਤੋਂ ਬਾਅਦ ਵਿਆਹ ਹੁੰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਕੁੜੀ ਨੂੰ ਮੁੰਡਾ ਜਿਹੜਾ ਕੁੜੀ ਦੇ ਨਾਲ ਚਲਾ ਜਾਊਗਾ, ਉੱਥੇ ਦੋਨੋਂ ਸੈੱਟ ਹੋ ਜਾਣਗੇ। ਇਹ ਚੀਜ਼ ਨੂੰ ਲੈ ਕੇ ਮਾਪੇ ਆਪਣੀ ਜ਼ਮੀਨ ਵੇਚ ਕੇ ਪੈਸਾ ਖਰਚ ਕਰਦੇ ਆ, ਪਰ ਮਿਲਦਾ ਕੀ ਹੈ? ਧੋਖਾ। ਗੁਰਪਿੰਦਰ ਸਿੰਘ ਤੁਹਾਨੂੰ ਦਿਖਾ ਦਈਏ, ਮੇਰੇ ਨਾਲ ਤਸਵੀਰ ਤੁਸੀਂ ਦੇਖ ਰਹੇ ਹੋ। ਗੁਰਪਿੰਦਰ ਸਿੰਘ ਤੇ ਨਾਲ ਉਹਨਾਂ ਦੇ ਪਿਤਾ ਜੀ ਹੈ। ਇਹ ਇਹਨਾਂ ਦਾ ਵਿਆਹ ਜਿਹੜਾ 2019 ਚ ਇਸ ਨੌਜਵਾਨ ਦਾ ਜਿਹੜਾ ਵਿਆਹ ਹੋਇਆ ਸੀਗਾ 2019 ਦੇ ਵਿੱਚ ਹੋਇਆ ਸੀ ਬਠਿੰਡਾ ਦੀ ਸੰਦੀਪ ਕੌਰ ਦੇ ਨਾਲ, ਜਿਹੜੀ ਕੈਨੇਡਾ 'ਚ ਸਟੱਡੀ ਕਰ ਰਹੀ ਸੀ। 2019 ਤੋਂ ਬਾਅਦ ਡਿਸਪਿਊਟ ਕੀ ਹੋਇਆ, ਇਸ ਬਾਰੇ ਗੁਰਪਿੰਦਰ ਤੋਂ ਜਾਣਦੇ ਹਾਂ। ਗੁਰਪਿੰਦਰ, ਤੁਹਾਡਾ ਵਿਆਹ ਹੋਇਆ ਸੀਗਾ 2019 ਚ, ਉਹਦੇ ਬਾਰੇ ਦੱਸੋ, ਕੀ ਕਹਾਣੀ ਕੀ ਹੋਈ ਸਾਰੀ? ਮੇਰਾ ਜੀ ਵਿਆਹ ਹੋਇਆ ਸੀ 12 ਮਈ 2019 ਨੂੰ ਸੰਦੀਪ ਕੌਰ ਦੇ ਨਾਲ ਜੀ, ਜਿਹੜੀ ਕਿ ਬਠਿੰਡਾ ਦੀ ਰਹਿਣ ਵਾਲੀ ਆ, ਹਰਦੀਪ ਸਿੰਘ ਦੀ ਕੁੜੀ ਹੈ ਜੀ। ਅਤੇ ਉਹਨਾਂ ਦੀ ਇੱਥੇ ਭਗਤਾ ਭਾਈਕਾ ਜੀ ਰਿਸ਼ਤੇਦਾਰੀ ਆ, ਜਿਹੜੇ ਵਿਚਾਲੇ ਵਿਚੋਲੇ ਸੀਗੇ। ਅਤੇ ਉਹਨਾਂ ਨਾਲ ਜਿਹੜੀ ਸਾਡੀ ਗੱਲ ਹੋਈ ਸੀ ਵੀ 50 ਲੱਖ ਰੁਪਈਆ ਉਹਨਾਂ ਨੂੰ ਦੇਣਾ ਅਤੇ ਵਿਆਹ ਦਾ ਖਰਚ ਅਸੀਂ ਕਰਨਾ ਜੀ। ਅਤੇ ਅਸੀਂ ਉਹਨਾਂ ਦੀ ਸ਼ਰਤ ਮੁਤਾਬਕ 50 ਲੱਖ ਦੀ ਸਾਡੀ ਡੀਲ ਹੋਈ ਵੀ ਹਾਂ ਵੀ ਭਾਈ ਵਿਆਹ ਪੱਕਾ ਕਰਨਾ, 50 ਲੱਖ ਰੁਪਈਆ ਦੇਣਾ ਅਤੇ ਵਿਆਹ 'ਤੇ ਖਰਚ। ਅਸੀਂ ਵਿਆਹ ਲਈ ਅੰਟੀਕ ਪੈਲਸ ਕੀਤਾ ਸੀਗਾ ਜੀ। ਅੰਟੀਕ ਪੈਲਸ 'ਚ 1000 ਬੰਦੇ ਦਾ ਇਕੱਠ ਸੀ, ਸਾਰਾ ਖਰਚ ਅਸੀਂ ਕੀਤਾ ਸੀਗਾ ਜੀ। ਅਤੇ ਉਹਦੇ ਪਿਓ ਦੇ ਖਾਤੇ 'ਚ ਜੀ, ਉਹਦੇ ਭਰਾ ਦੇ ਖਾਤੇ 'ਚ, ਤਾਂ ਉਹਦੇ ਖਾਤੇ 'ਚ ਅਸੀਂ ਪੈਸੇ ਭੇਜੇ ਜੀ। ਕੁਛ ਰੁਪਈਏ ਸਾਥੋਂ ਇੱਥੇ ਨਗਦ ਵੀ ਲੈ ਕੇ ਗਏ ਆ, ਜਿਹਦੇ ਕਿ ਸਾਡੇ ਮੂਹਰੇ ਅਸੀਂ ਕਿਸੇ ਬੰਦੇ ਦੇ ਗਵਾਹ ਦੇ ਮੂਹਰੇ ਪੈਸੇ ਦਿੱਤੇ ਆ ਜੀ, ਜਿਹਦੀ ਗਵਾਹੀ DSP ਫੂਡ ਕੋਲੇ ਉਹ ਕਰਾ ਦੇ ਚੁੱਕੇ। ਵਿਆਹ ਤੋਂ ਪਹਿਲਾਂ ਹੀ ਗੱਲ ਹੋਈ ਸੀ ਕਿ ਇੰਨਾ ਪੈਸਾ ਦੇਣਾ? ਕਾਹਦਾ ਦੇਣਾ? ਹਾਂ ਜੀ, ਉਹ ਕਹਿੰਦੇ ਜੀ ਸਾਡੀ ਕੁੜੀ ਦੀ ਉੱਧਰ ਪੜ੍ਹਾਈ ਹੋਈ ਆ, ਪੁਲਿਸ ਫਾਊਂਡੇਸ਼ਨ ਦੀ ਪੜ੍ਹਾਈ ਕਰਦੀ ਆ, ਉਹਦੇ 'ਤੇ ਖਰਚ ਆ ਰਿਹਾ ਜੀ, ਤਾਂ ਕਰਕੇ ਪੈਸਾ ਇੰਨਾ ਲੱਗ ਰਿਹਾ ਜੀ। ਹਾਂਜੀ। ਫਿਰ ਉਸ ਤੋਂ ਬਾਅਦ ਕਿੰਨਾ ਚਿਰ ਇੱਥੇ ਰਹੀ ਕੁੜੀ? ਕਦੋਂ ਗਈ ਕੁੜੀ ਜੀ? ਉਦੋਂ ਬਾਅਦ ਵਿਆਹ ਤੋਂ ਬਾਅਦ ਤਾਂ ਜੀ 12 ਦਿਨਾਂ ਬਾਅਦ ਹੀ ਉੱਠ ਗਈ ਸੀ। ਉਦੋਂ ਬਾਅਦ ਜੀ ਉਹਦੇ ਭਰਾ ਦਾ ਵਿਆਹ ਕਰਨਾ ਸੀ, ਸਾਕ ਲਈ ਆਈ ਸੀ ਉਹ ਇੱਥੇ। ਅਤੇ ਉਦੋਂ ਉਹ ਮਹੀਨਾ ਕੁ ਰਹੀ ਆ ਜੀ। ਮਹੀਨੇ ਦੇ ਵਿੱਚ 15 ਕੁ ਦਿਨ ਸਾਡੇ ਕੋਲੇ ਰਹੀ ਆ ਜੀ, 15 ਕੁ ਦਿਨ ਆਪਦੇ ਮਾਂ ਪਿਓ ਕੋਲੇ ਰਹੀ ਆ। ਅਤੇ ਉਦੋਂ ਬਾਅਦ ਜੀ ਜਦੋਂ ਲੋਕਡਾਊਨ ਦੇ ਵਿੱਚ ਉਹ ਇੱਥੇ ਫਸ ਗਈ ਸੀ। ਮੇਰੀ ਭੈਣ ਦੇ ਵਿਆਹ 'ਤੇ ਵੀ ਆਈ ਸੀਗੀ ਜੀ। ਲੋਕਡਾਊਨ ਦੇ ਵਿੱਚ ਇੱਥੇ ਫਸ ਗਈ ਜੀ, ਉਹ ਪ੍ਰੈਗਨੈਂਟ ਹੋ ਗਈ। ਅਤੇ ਬਾਹਰ ਮੁੜ ਕੇ ਜਦੋਂ ਬਾਹਰ ਚਲੀ ਗਈ ਜੀ, 10-15 ਦਿਨਾਂ ਬਾਅਦ ਜੀ ਸਾਨੂੰ ਕਹਿੰਦੇ ਵੀ 25 ਲੱਖ ਰੁਪਈਆ ਚਾਹੀਦਾ ਜੀ, ਵੀ ਉੱਧਰ ਸਾਡੀ ਕੁੜੀ ਨੂੰ ਹੋਰ ਲੋੜ ਆ, ਸੈੱਟ ਆ। ਉਹਦੇ ਮਾਂ ਪਿਓ ਸਾਡੇ ਘਰੇ ਆਏ ਜੀ। ਅਤੇ ਮੇਰਾ ਫਾਦਰ ਨੇ ਕਿਹਾ ਵੀ ਹੁਣ ਪੈਲੀ ਵੇਚਤੀ, ਜ਼ਮੀਨ ਗਹਿਣੇ ਹੋ ਗਈ, 25 ਲੱਖ ਰੁਪਈਆ ਐਂ ਖੜ੍ਹੇ ਪੈਰ ਅਸੀਂ ਦੇਣਾ ਤਾਂ ਔਖਾ, ਵੀ ਪਹਿਲਾਂ ਮੁੰਡਾ ਜਾਂ ਹੋਰ ਵਿਹਨੇ ਅਸੀਂ ਸੈਟਲਮੈਂਟ ਕਰਦੇ ਹਾਂ। ਪਰ ਉਹਨਾਂ ਨੇ ਜੀ 5-10 ਦਿਨਾਂ ਬਾਅਦ ਸੰਦੀਪ ਕੌਰ ਨੇ ਮੈਨੂੰ ਕਿਹਾ ਵੀ ਮੇਰਾ ਤਾਂ ਨਾ ਅਬੋਰਸ਼ਨ ਹੋ ਗਿਆ, ਅਤੇ ਮੇਰੇ ਦਰਦ ਹੋਣ ਲੱਗ ਗਿਆ। ਬਹਾਨਾ ਲਾ ਕੇ ਜੀ ਮੈਨੂੰ ਗੁੰਮਰਾਹ ਕਰ ਲਿਆ ਵੀ ਹਾਂ ਵੀ ਜਵਾਕ ਕਿਤੇ ਊਂ ਸੱਚੀ ਉਹ ਮਿਸਗੈਰੇਜ ਹੋ ਗਿਆ। ਪਰ ਜਦੋਂ ਜੀ ਬਾਅਦ 'ਚੋਂ ਪਤਾ ਲੱਗਿਆ ਵੀ ਨਹੀਂ, ਉਹ ਜਵਾਕ ਇਹਨਾਂ ਨੇ ਆਪ ਉਹ ਕੀਤਾ ਜੀ। ਹਾਂਜੀ, ਪ੍ਰੈਗਨੈਂਟ। ਡਾਕਟਰ ਕੇਤਕੀ ਤੋਂ ਇਲਾਜ ਚੱਲਦਾ ਸੀਗਾ ਜੀ। ਤੁਸੀਂ ਕੇਤਕੀ ਤੋਂ ਪੁੱਛ ਸਕਦੇ ਹੋ ਵੀ ਇੱਥੇ ਜਦੋਂ ਜਾਂਦੇ ਸੀ ਦਵਾਈ, ਮੈਡੀਕਲ ਟਰੀਟਮੈਂਟ ਜੀ ਸਾਰਾ ਸਮੇਂ ਸਿਰ ਹੁੰਦਾ ਸੀ। ਤੇ ਕਿਸ ਗੱਲੋਂ 25 ਲੱਖ ਰੁਪਏ ਕਾਹਦਾ ਮੰਗਿਆ ਸੀ ਉਹਨੇ? ਉਸ ਤੋਂ ਬਾਅਦ ਡਿਸਪਿਊਟ ਪਿਆ ਸਾਰਾ? ਹਾਂਜੀ, ਕਹਿੰਦੇ ਉੱਧਰ ਚਾਹੀਦਾ ਜੀ ਗਾਂਹ ਪੜ੍ਹਾਈ 'ਤੇ ਗਾਂਹ ਖਰਚ ਆਉਣਾ ਜੀ, PR ਦਾ ਜਾਂ ਹੋਰ ਆ। ਪਰ ਅਸੀਂ ਆਖਿਆ ਜੀ ਤੁਸੀਂ ਤਾਂ 50 ਲੱਖ ਦੀ ਗੱਲ ਕੀਤੀ ਸੀ, 50 ਲੱਖ ਰੁਪਈਆ ਦੇ ਦਿਓ, ਸਾਰੀ ਪੜ੍ਹਾਈ ਦਾ ਸਾਰਾ ਖਰਚ ਹੋਊਗਾ ਜੀ। ਪਰ ਉਦੋਂ ਬਾਅਦ ਜੀ ਗੱਲ ਵਿਗੜਨੀਆਂ ਸ਼ੁਰੂ ਹੋ ਗਈਆਂ ਜੀ। ਉਦੋਂ ਬਾਅਦ ਉਹ SHO ਨਾਲ ਰਲ ਕੇ ਜੀ ਸਾਨੂੰ, SHO ਜਿਹੜਾ ਦਿਆਲਪੁਰੇ ਥਾਣੇ ਦਾ ਇੰਚਾਰਜ ਸੀਗੀ ਅਮਨਪਾਲ ਵਿਰਕ, ਉਹਨੇ ਸਾਨੂੰ ਸੱਦਿਆ। ਉਹ ਕਹਿੰਦਾ ADGP ਅਮਨਦੀਪ ਸਿੰਘ ਰਾਏ ਵੱਲੋਂ ਤੁਹਾਡੇ 'ਤੇ ਦਰਖਾਸਤ ਆਈ ਆ ਵੀ ਤੁਸੀਂ ਆਪਦਾ ਨਿਬੇੜ ਲਓ, ਅਤੇ ਨਹੀਂ ਮੈਨੂੰ ਪਰਚਾ ਦੇਣਾ ਪਊਗਾ। ਮੇਰੇ ਡੈਡੀ ਕਹਿੰਦੇ ਜੀ ਅਸੀਂ ਇੰਨਾ ਘਰ-ਬਾਰ ਲਾਈ ਬੈਠੇ ਹਾਂ ਵੀ ਪਰਚਾ, ਪੈਸੇ ਸਾਡੇ ਗਏ ਆ, ਤੁਸੀਂ ਪਰਚਾ ਕਾਹਦਾ? ਨਹੀਂ ਤੁਸੀਂ ਰਾਜੀਨਾਮਾ ਕਰ ਲਓ, ਨਹੀਂ ਮੈਂ ਦੇ ਦੂੰ ਪਰਚਾ। ਸਾਡੀ ਪੰਚਾਇਤ ਵੀ ਗਈ ਜੀ, ਉਹਨਾਂ ਨੇ ਸਾਡੇ ਬਿਆਨ ਲਏ ਜੀ। ਉਦੋਂ ਬਾਅਦ ਜੀ ਜਦੋਂ ਬਿਆਨ ਲਏ, ਉਦੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਤਾਂ ਜਿਹੜੀ ਦਰਖਾਸਤ ਆਈ ਆ ਇਹ ਤਾਂ ਹੈ ਹੀ ਝੂਠੀ, SHO ਨੇ ਅਤੇ ਉਹਨੇ ਰਲ ਕੇ ਬਣਾਈ ਆ ਜੀ, ਸਾਨੂੰ ਜਲੀਲ ਕਰਨ ਦੇ ਮਾਰੇ ਨੇ ਵੀ ਇਹ ਤੰਗ ਪਰੇਸ਼ਾਨ ਹੋਣ, ਡਰਨ। ਅਤੇ SHO ਦਾ ਉਦੋਂ ਬਾਅਦ ਜੀ ਅਸੀਂ RT ਪਾਈ ਸੀਗੀ SSP ਸਾਹਿਬ ਨੂੰ, ਜਿਹਦੇ ਵਿੱਚ ਜਵਾਬ ਆਇਆ ਵੀ ਇੱਥੇ ਥਾਣੇ ਦੇ ਵਿੱਚ ਕੋਈ ਰਿਕਾਰਡ ਨਹੀਂ ਹੈਗਾ। ਅਤੇ ਜਿਹੜੀ ਇਨਕੁਆਇਰੀ ਕਰਦਾ ਸੀ ਉਹ SHO ਅਮਨਪਾਲ ਨੂੰ ਹੀ ਪਤਾ, ਹੋਰ ਕਿਸੇ ਥਾਣੇ ਦੇ ਅਫਸਰ ਨੂੰ ਨਾ ਕਿਸੇ ਹੋਰ ਬੰਦੇ ਨੂੰ ਕੋਈ ਉਹਦੇ ਰਿਕਾਰਡ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ। ਫਿਰ ਤੁਹਾਡਾ ਕੀ ਕਹਿਣਾ ਕਿ ਤੁਹਾਡੇ ਨਾਲ ਵਿਆਹ ਤੋਂ ਪਹਿਲਾਂ ਹੀ ਠੱਗੀ ਦੀ ਪਲੈਨਿੰਗ ਹੋ ਗਈ ਸੀ? ਹੁਣ ਤਾਂ ਜੀ ਐਂ ਲੱਗਦਾ ਵੀ ਵਿਆਹ ਤੋਂ ਪਹਿਲਾਂ ਹੀ ਠੱਗੀ ਸੀਗੀ ਜੀ, ਠੱਗੀ ਹੋ ਗਈ। ਕਿੰਨਾ ਕੁ ਪੈਸਾ ਤੁਹਾਡਾ ਲੱਗ ਚੁੱਕਿਆ ਹੁਣ? 68 ਲੱਖ ਦੇ ਕਰੀਬ ਜੀ ਸਾਡਾ ਪੈਸਾ ਲੱਗ ਗਿਆ ਜੀ। ਕੋਈ ਟ੍ਰਾਂਜੈਕਸ਼ਨ ਦਿਖਾ ਸਕਦੇ ਹੋ ਤੁਸੀਂ, ਕੀ ਕੁਛ ਹੈਗਾ ਤੁਹਾਡੇ ਕੋਲ? ਹਾਂਜੀ, ਆਹ ਦੇਖੋ ਜੀ, ਬੈਂਕ ਸਟੇਟਮੈਂਟ ਆ ਜੀ। ਆਹ ਵੇਖੋ ਜੀ, 5,06,000 ਰੁਪਏ ਦੀ, 13/8/2019 ਨੇ ਜੀ। ਇਹ ਮੇਰੇ ਸਾਲੇ ਦੀ ਫੀਸ ਭਰਨ ਖਾਤਰ ਭੇਜੇ ਸੀ। ਉਹ ਵੀ ਬਾਹਰ ਆ ਜੀ, ਮੇਰਾ ਸਾਲਾ ਵੀ, ਪੁਸ਼ਪਿੰਦਰ ਸਿੰਘ। ਹਾਂਜੀ, ਉਹਦੀ ਵੀ ਸਾਥੋਂ ਲਈ ਆ ਜੀ। ਆਹ ਜਦੋਂ ਮੇਰਾ ਸਾਲਾ ਮੇਰੇ ਵਿਆਹ 'ਤੇ ਆਇਆ ਜੀ,
ਉਦੋਂ ਟਿਕਟ ਕਰਾਈ ਆ ਜੀ ਮੈਂ, ਮੇਰੇ ਅਕਾਊਂਟ 'ਚ ਹੋਈ ਆ ਜੀ। ਹਰਦੀਪ ਸਿੰਘ ਨੂੰ ਜੀ ਅਸੀਂ ਪੈਲੀ ਗਹਿਣੇ ਕਰਕੇ 5-5 ਲੱਖ ਦੇ 2 ਸਾਡਾ ਆੜਤੀਆ ਨਾਲ ਗਿਆ, ਇਹਨਾਂ ਦੇ ਘਰੇ ਚੈੱਕ ਫੜਾ ਕੇ ਆਏ ਆ। ਇਹ ਹਰਦੀਪ ਸਿੰਘ? ਹਰਦੀਪ ਸਿੰਘ ਮੇਰਾ ਸਹੁਰਾ ਜੀ। ਅੱਛਾ, ਇਹ ਕਾਹਦਾ ਦਿੱਤਾ ਸੀ ਇਹਨਾਂ ਨੂੰ? ਇਹ ਜਿਹੜੀ ਕਮਿਟਮੈਂਟ ਹੋਈ ਸੀ ਵੀ 50 ਲੱਖ ਰੁਪਏ ਦੀ ਜੀ। ਅੱਛਾ, ਹਾਂਜੀ ਉਹਦੇ 'ਚ। ਯਾਨੀ ਕੁੜੀ ਦੇ ਫਾਦਰ ਨੇ ਤੁਹਾਨੂੰ ਪਹਿਲਾਂ ਹੀ ਕਹਿਤਾ ਸੀ ਕਿ ਸਾਨੂੰ 50 ਲੱਖ ਚਾਹੀਦਾ ਹੈ, ਜਿਹੜਾ ਕਿ ਵਿਆਹ ਤੋਂ ਬਾਅਦ ਤੁਸੀਂ ਦੇਣਾ ਸ਼ੁਰੂ ਕਰਤਾ ਉਹਨਾਂ ਨੂੰ? ਨਹੀਂ ਵਿਆਹ ਤੋਂ ਕੁਛ ਪਹਿਲਾਂ ਦੇਤੇ ਜੀ, ਕੁਛ ਅਸੀਂ ਵਿਆਹ ਤੋਂ ਬਾਅਦ ਇਹ ਗੱਲ ਕਰ ਲਈ ਵੀ ਕੁਛ ਠਹਿਰ ਕੇ ਦੇਵਾਂਗੇ। ਉਹਨਾਂ ਨੇ ਜਲਦਬਾਜ਼ੀ ਕੀਤੀ ਵੀ ਤੁਸੀਂ ਵਿਆਹ ਛੇਤੀ ਕਰ ਲਓ, ਮੁੜ ਕੇ ਜਵਾਕ ਦਾ ਕੀ ਪਤਾ ਹੁੰਦਾ ਮਨ ਵਿਗੜ ਜੇ। ਸਾਡੇ ਮਤਲਬ ਕਿ ਜਿਹੜੇ ਮੇਰੇ ਸਹੁਰੇ ਸਾਹਿਬ ਦੇ ਫਾਦਰ ਨੇ ਵੀ ਉਹ ਢਿੱਲੇ ਮੱਠੇ ਰਹਿੰਦੇ, ਤੁਸੀਂ ਵਿਆਹ ਕਰ ਲਓ, ਪੈਸੇ ਸਾਨੂੰ ਮਹੀਨੇ 2 ਮਹੀਨੇ ਲੇਟ ਦੇ ਦਿਓ। ਹਾਂ, ਅਸੀਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਝੋਨਾ ਵੱਢ ਕੇ ਪੈਸੇ ਦੇਵਾਂਗੇ ਬਈ, ਹੁਣ ਜਿੰਨੇ ਹੋਏ ਹੁਣ ਦੇ ਦਾਂਗੇ, ਕਿਉਂਕਿ ਅਸੀਂ ਵਿਆਹ ਤੇ ਵੀ ਖਰਚ ਕਰਨਾ ਸੀਗਾ ਜੀ। ਅਸੀਂ ਐਂਟੀਕ ਪੈਲਸ ਵਿਆਹ ਲਈ ਕੀਤਾ ਸੀਗਾ। ਅਸੀਂ ਸਿਉਣਾ ਸੀਗਾ ਜੀ 3-3.5 ਲੱਖ ਰੁਪਏ ਦਾ ਜੀ, ਉਹ ਵੀ ਨਾਲ ਹੀ ਲੈ ਗਈ। ਜਿਹੜਾ ਉਹਦੇ ਮਾਪਿਓ ਨੇ ਪਾਇਆ ਸੀ ਉਹ ਵੀ ਨਾਲ ਹੀ ਲੈ ਗਈ। ਜਦੋਂ ਜਾਂਦੀ ਸਾਨੂੰ ਤਾਂ ਐਂ ਸੀਗਾ ਜੀ ਵੀ ਹੁਣ ਜਦੋਂ ਇੱਥੇ ਪ੍ਰੈਗਨੈਂਟ ਹੋ ਗਈ ਸਾਰੀ ਗੱਲ, ਵੀ ਹੁਣ ਕੋਈ ਡਰ ਨਹੀਂ, ਵੀ ਕੋਈ ਇਹੋ ਜਿਹੀ ਗੱਲ ਨਹੀਂ, ਵੀ ਸਹੀ ਆ ਹੁਣ। ਪਰ ਬਾਕੀ ਜੀ ਕੋਈ ਇਤਬਾਰ ਨਹੀਂ ਬੰਦਿਆਂ ਦਾ। ਆਹ ਵੇਖੋ ਜੀ, ਆਹ ਅਸੀਂ SSP ਸਾਹਿਬ ਨੂੰ ਪਾਈ ਸੀਗੀ ਤੇ ਆਹ ਸਾਨੂੰ ਜਵਾਬ ਮਿਲਿਆ ਉਹਦਾ। ਹਾਂਜੀ, ਇਹ ਤੋਂ ਬਾਅਦ ਹੁਣ IG ਸਾਹਿਬ ਨੂੰ ਅਸੀਂ ਅਪੀਲ ਕੀਤੀ ਹੈ ਜੀ ਇਹਦੀ। ਲਾਸਟ ਟਾਈਮ ਫਿਰ ਤੁਹਾਡੀ ਵਾਈਫ ਨਾਲ ਗੱਲ ਹੋਈ ਹੈ? ਲਾਸਟ ਟਾਈਮ ਕਦੋਂ ਗੱਲ ਹੋਈ ਤੁਹਾਡੀ ਉਹਦੇ ਨਾਲ? ਲਾਸਟ ਟਾਈਮ ਜੀ 11ਵੇਂ ਮਹੀਨੇ ਹੋਈ ਜੀ 2020 ਚ। ਕੀ ਦੱਸਿਆ? ਉਹ ਕਹਿੰਦੀ ਮੈਂ ਪਰਚਾ ਕਰਾ ਦੂੰਗੀ ਤੁਹਾਡੇ ਤੇ। ਕਿਸ ਗੱਲ ਤੋਂ? ਇਹੀ ਗੱਲ ਤੋਂ ਨਹੀਂ ਨਿਬੇੜ ਲਓ ਮੇਰੇ ਨਾਲ। ਹਾਂ, ਇਹੀ ਗੱਲ ਸੀ। ਅਸੀਂ ਆਖਿਆ ਵੀ ਸਾਡੇ ਕੋਲ ਪ੍ਰੂਫ ਹੈਗੇ ਆ ਜਾਂ ਹੋਰ ਆ। ਉਹ ਕਹਿੰਦੇ ਪ੍ਰੂਫ ਤਾਂ ਜਦੋਂ ਦੇਖੀ ਜਾਊ, ਜਦੋਂ ਮੰਨੇ। ਤੇ SHO ਸਾਨੂੰ ਅਮਨਪਾਲ ਨੇ ਬਹੁਤ ਦੁਖੀ ਕੀਤਾ ਜੀ। ਤੁਹਾਨੂੰ ਵਿਆਹ ਜਦੋਂ ਹੋ ਗਿਆ ਉਸ ਤੋਂ ਬਾਅਦ ਕਿੰਨਾ ਚਿਰ ਇੱਥੇ ਰਹਿ ਕੇ ਗਈ ਹੈ? ਜਦੋਂ ਵਿਆਹ ਹੋ ਗਿਆ ਜੀ 15 ਦਿਨ ਕੇਰਾਂ ਤੇ ਮਹੀਨਾ 1.5 ਮਹੀਨਾ ਰਹੀ ਹੈ ਜੀ ਇੱਥੇ। ਤੇ ਉਸ ਤੋਂ ਬਾਅਦ ਲੋਕਡਾਊਨ ਦੇ ਵਿੱਚ ਜਦੋਂ ਇੱਥੇ ਫਸ ਗਈ ਜੀ, ਮੇਰੇ ਫਾਦਰ ਢਿੱਲੇ ਹੋ ਗਏ ਸੀ, ਉਹ ਮੈਡੀਕਲ ਦੇ ਉੱਥੇ ਦਿਆਨੰਦ ਦੇ ਵਿੱਚ ਦਾਖਲ ਸੀ। ਅਸੀਂ ਉੱਥੇ ਸੀਗੇ ਜੀ ਜਦੋਂ ਲੋਕਡਾਊਨ ਸੀ, ਤੇ ਇਹ ਆਪਦੇ ਮਾਪਿਓ ਕੋਲੇ ਸੀ ਜੀ। ਕੁਛ ਟਾਈਮ ਇਹ ਇੱਥੇ ਵੀ ਜਦੋਂ ਡਾਕਟਰ ਕੇਤਕੀ ਤੋਂ ਦਵਾਈ ਲੈਣੀ ਹੁੰਦੀ ਸੀ ਜਾਂ ਹੋਰ ਜਾਂ ਕੋਈ ਟਰੀਟਮੈਂਟ ਕਰਾਉਣਾ ਸੀ, ਉਦੋਂ ਮੈਂ ਨਾਲ ਜਾਂਦਾ ਹੁੰਦਾ ਸੀ। ਤੁਹਾਨੂੰ ਨਿਮਾਣਾ ਕਰਤਾ ਬਾਹਰ ਲੈ ਜਾਣ ਤੋਂ? ਇਹ ਤਾਂ ਗੱਲ ਤੇ ਹੀ ਨਹੀਂ ਆਉਂਦੇ ਜੀ ਵੀ ਬਾਹਰ ਵਾਲੀ ਗੱਲ ਤੇ। ਉਹ ਤਾਂ ਕਹਿੰਦੇ ਵੀ ਨਿਮੇੜੋ ਨਹੀਂ, ਪਰਚਾ ਕਰਾਵਾਂਗੇ, ਐਂ ਕਰਾਵਾਂਗੇ, ਧਮਕੀਆਂ ਦਿੰਦੇ ਆ ਜੀ। ਹਾਂਜੀ, ਯਾਨੀ ਸਿੱਧੇ ਤੌਰ ਤੇ ਤੁਹਾਡੇ ਜਿਹੜਾ ਪੈਸਾ ਲੈਣਾ ਸੀ ਉਹ ਲੈ ਲਿਆ, ਤਾਂ ਉਸ ਤੋਂ ਬਾਅਦ ਹੁਣ ਤੁਹਾਨੂੰ ਧਮਕੀਆਂ ਦੇ ਰਹੇ? ਹਾਂਜੀ, ਠੱਗੀਆਂ। ਹੁਣ ਤਾਂ ਜੀ SSP ਬਠਿੰਡਾ ਵੀ ਪ੍ਰੈਸ਼ਰਾਈਜ਼ ਨਾ ਕਾਰਵਾਈ ਕਰ ਰਹੇ ਆ। ਜਿਹੜੀ ਉਹਨਾਂ ਦੀ ਬਲੈਂਕਟ ਬੇਲ ਆ ਜੀ, ਤੁਸੀਂ ਉਹ ਵੀ ਵੇਖ ਸਕਦੇ ਹੋ, ਉਹ ਵੀ ਖਾਰਜ ਹੋ ਗਈ ਆ ਜੀ। ਆਹ DSP ਫੂਲ ਨੇ ਜੀ, ਇਹ ਅਦਾਲਤ ਦੇ ਵਿੱਚ ਪੇਸ਼ ਹੋਈ ਸੀਗੀ ਰਿਪੋਰਟ, ਜਿੱਥੋਂ ਪਤਾ ਲੱਗਿਆ ਵੀ DSP ਫੂਲ ਨੇ ਉਹਨਾਂ ਤੇ ਧਾਰਾ 420 120 ਵੀ 506 ਦੇ ਅਧੀਨ ਕਾਰਵਾਈ ਕੀਤੀ ਹੈ ਜੀ। ਹਾਂ, 4 ਜਣਿਆਂ ਦਾ ਜੀ, ਮੇਰੇ ਸਾਲੇ ਦਾ, ਮੇਰੇ ਸਹੁਰੇ ਦਾ, ਮੇਰੀ ਸੱਸ ਦਾ ਤੇ ਮੇਰੇ ਘਰਵਾਲੀ ਦਾ। ਹਾਂਜੀ। ਕੀ ਮੰਗ ਕੀ ਹੈ ਤੁਹਾਡੀ, ਕਿਉਂਕਿ ਬੜੀ ਵੱਡੀ ਠੱਗੀ ਲੱਗੀ? ਮੰਗ ਜੀ ਇਹੀ ਆ ਸਾਡੀ ਕਾਰਵਾਈ, DGP ਸਾਹਿਬ ਨੂੰ ਇਹੀ ਮੰਗ ਹੈ ਜੀ, ਸਾਡੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ SSP ਬਠਿੰਡਾ ਸਾਡੀ ਗੱਲ ਨਹੀਂ ਸੁਣਦੇ। ਜੀ ਬਹੁਤ ਤੰਗ ਆ ਅਸੀਂ ਤਾਂ। ਮੇਰਾ ਨਾਮ ਜਗਤਾਰ ਸਿੰਘ ਹੈ ਜੀ। ਬਹੁਤ ਪਰੇਸ਼ਾਨ ਰਹਿਣਾ, ਮੈਂ ਢਿੱਲਾ ਮੱਠਾ ਰਹਿਣਾ। ਜਾੜ ਮੈਂ ਪਟਾਈ ਸੀ, ਜਾੜ ਤੋਂ ਮੈਨੂੰ ਇਨਫੈਕਸ਼ਨ ਹੋ ਗਈ। ਮੈਂ ਤਾਂ ਦਾਖਲ ਰਿਹਾ ਜੀ ਲੁਧਿਆਣੇ, ਤੇ ਮੈਨੂੰ ਤਾਂ ਬਹੁਤ ਪਰੇਸ਼ਾਨੀ ਹੈ। ਇਕੱਲਾ ਮੇਰੇ ਜਵਾਕ ਆ, ਬਹੁਤ ਜਿੰਨਾ ਵੀ ਕਹਦੇ ਮੈਂ ਬਹੁਤ ਦੁਖੀ ਹਾਂ ਜੀ। ਮੈਨੂੰ ਬਹੁਤ ਮਾੜੇ ਬੰਦੇ ਮਿਲ ਗਏ, ਠੱਗੀ ਮੇਰੇ ਨਾਲ ਵੱਜ ਗਈ ਜੀ, ਬਹੁਤ ਵੱਡੀ ਠੱਗੀ ਵੱਜ ਗਈ। ਮੈਂ ਆਪਦਾ ਬਾਣ ਵੀ ਦੇ ਲਿਆ, ਗਹਿਣੇ ਵੀ ਕਰ ਲਿਆ, ਬਹੁਤ ਮੈਂ ਜਿੰਨਾ ਵੀ ਕਹਦੇ ਉਨਾ ਹੀ ਪਰੇਸ਼ਾਨ ਹੈ। ਜਦੋਂ ਵਿਆਹ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਕਿ ਇੰਨਾ ਪੈਸਾ ਲੈਣਾ, ਜਾਂ ਕੀ ਗੱਲਬਾਤ ਕੀ? ਵਿਆਹ ਤੋਂ ਪਹਿਲਾਂ ਜੀ ਸਾਰਾ ਉਹਨਾਂ ਨੇ ਦੱਸਿਆ ਸੀ। ਮੈਂ ਉਹਨਾਂ ਦੀਆਂ ਜਿਵੇਂ ਵਿਚੋਲੇ ਨੇ ਕਿਹਾ ਜਾਂ ਉਹਨਾਂ ਨੂੰ ਕਿਹਾ ਸੀ, ਅਸੀਂ ਉਹਨਾਂ ਦੀਆਂ ਸਾਰਾ ਉਵੇਂ ਪੈਸਾ ਪੂਰਾ ਕਰਤਾ, ਸਭ ਕੁਝ ਕਰਤਾ ਜੀ। ਇਸ ਤੋਂ ਬਾਅਦ ਮੇਰੀ ਕੁੜੀ ਦਾ ਵਿਆਹ ਸੀ, ਕੁੜੀ ਦੇ ਵਿਆਹ ਤੇ ਵੀ ਆਈ, ਤੇ ਇਸ ਤੋਂ ਬਾਅਦ ਪ੍ਰੈਗਨੈਂਟ ਵੀ ਹੋ ਗਈ। ਪ੍ਰੈਗਨੈਂਟ ਤੋਂ ਬਾਅਦ ਮੈਂ ਵਿੱਚ ਤੇ ਮੈਂ ਢਿੱਲਾ ਹੋ ਗਿਆ, ਤੇ ਜਦੋਂ ਮੇਰੇ ਇੱਥੋਂ ਗਈ ਆ ਚੰਗੀ ਰਾਜੀ ਖੁਸ਼ੀ ਸਾਰਾ ਕੁਝ ਚੈੱਕ ਕਰਾ ਕੇ ਉੱਥੋਂ ਡਾਕਟਰ ਕੇਤਰੀ ਤੋਂ, ਤੇ ਇਸ ਤੋਂ ਬਾਅਦ ਆਣ ਕੇ ਫਿਰ 25 ਲੱਖ ਦੀ ਡਿਮਾਂਡ ਕਰੀ ਹੈ ਜੀ। 25 ਲੱਖ ਤੋਂ ਬਾਅਦ ਅਸੀਂ ਆਖਿਆ ਵੀ ਸਾਨੂੰ ਦੱਸੋ ਵੀ ਕਿੰਨੇ ਇੰਨੇ ਪੈਸੇ ਤਾਂ ਅਸੀਂ ਇੰਨੇ ਲਾਤੇ, ਹੋਰ ਲਾਤੇ। ਫਿਰ ਸਾਡੇ ਤੇ ਥਾਣੇ SHO ਨਾਲ ਝੂਠੀ ਐਪਲੀਕੇਸ਼ਨ ਦੇਤੀ ਜੀ। ਐਪਲੀਕੇਸ਼ਨ ਤੋਂ ਸਾਨੂੰ ਸੱਦਿਆ, ਪੰਚਾਇਤ ਵੀ ਗਈ, ਅਸੀਂ ਵੀ ਗਏ ਆ। ਤੇ ਇਹ ਤੋਂ ਬਾਅਦ ਦੂਜਾ ਆਪਣਾ ਅਸੀਂ SSP ਸਾਹਿਬ ਦੇ ਦਰਖਾਸਤ ਦਿੱਤੀ ਵੀ ਸਾਨੂੰ ਭਾਈ ਇੰਨਾ ਪੈਸਾ ਤਾਂ ਇੰਨੀ ਸਾਡੇ ਨਾਲ। ਉਹਨਾਂ ਨੇ DSP ਦੇ ਇਨਕੁਆਰੀ ਲਾਤੀ ਜੀ। DSP ਨੇ ਇਨਕੁਆਰੀ ਕਰਕੇ ਜੀ ਉਹਨੂੰ ਘੱਟੋ ਘੱਟ ਵੀ 4-5 ਮਹੀਨੇ ਹੋ ਗਏ ਜੀ ਦਰਖਾਸਤ ਨੂੰ ਦਿੱਤੀ ਵੀ ਨੂੰ। ਤੇ ਉਹਨਾਂ ਨੇ ਬਿਆਨ ਬੂਨ ਲਿਖ ਕੇ ਇਨਕੁਆਰੀ ਲਾ ਕੇ ਸਾਰੇ ਸਬੂਤਾਂ ਦੇ ਆਧਾਰ ਤੇ ਉਹਨਾਂ ਨੇ ਸਾਡੀ ਰਿਪੋਰਟ ਬਣਾਤੀ। ਉਹ SSP ਤੋਂ ਉਹਨਾਂ ਨੂੰ ਦੂਜਾ ਆਪਣਾ ਅਦਾਲਤ 'ਚ ਲੱਗ ਗਈ ਜੀ, ਉਹਨਾਂ ਦੀ ਜ਼ਮਾਨਤ ਰਿਜੈਕਟ ਹੋ ਗਈ। ਤੇ SSP ਸਾਨੂੰ ਇਨਸਾਫ ਨਹੀਂ ਦੇ ਰਹੇ ਜੀ। ਅਸੀਂ ਮੰਗ ਕਰਦੇ ਹਾਂ, ਇਨਸਾਫ ਮੰਗਦੇ ਹਾਂ ਜੀ, ਵੀ ਜਿਹੜੀ ਹੈਗੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਜਦੋਂ ਵਿਆਹ
ਤੋਂ ਪਹਿਲਾਂ ਤੁਹਾਨੂੰ ਲੱਗਿਆ ਨਹੀਂ ਸੀ, ਡਾਊਟ ਨਹੀਂ ਹੋਇਆ ਵੀ 50 ਲੱਖ ਬਹੁਤ ਵੱਡੀ ਰਕਮ ਹੈ, ਕਿਉਂਕਿ ਦੇਣ ਤੋਂ ਪਹਿਲਾਂ ਤੁਸੀਂ ਥੋੜਾ ਕੀ ਸੋਚ ਕੇ ਪੈਸੇ ਦਿੱਤਾ? ਸੋਚ ਕੇ ਇਹ ਦਿੱਤਾ ਜੀ, ਸਾਨੂੰ ਕਹਿੰਦੇ ਪੁਲਿਸ ਫੈਡਰੇਸ਼ਨ ਦਾ ਕੋਰਸ ਕੀਤਾ ਵਾ, ਕੁੜੀ ਸ਼ਹਿਰ ਦੀ ਪੜ੍ਹੀ ਲਿਖੀ ਵੀ ਆ, ਅਸੀਂ ਇਸ ਗੱਲ ਤੋਂ ਆਖਿਆ ਵੀ ਚਲੋ ਕੁੜੀ ਨੂੰ ਆਖਿਆ ਉੱਧਰ ਪੁਲਿਸ ਦੀ ਨੌਕਰੀ ਮਿਲ ਜੂਗੀ ਜੀ। ਅਸੀਂ ਆਖਿਆ ਵੀ ਚਲੋ ਆਪਾਂ ਪੈਸੇ ਲਾ ਦਿੰਨੇ ਆ ਵੀ ਚਲੋ ਇਸ ਗੱਲ ਨਾਲ ਅਸੀਂ ਵੀ ਚਲੋ ਵੀ ਪੈੜੀ ਵੇਚ ਕੇ ਤੇ ਆਪਦੀ ਪੈੜੀ ਗਹਿਣੇ ਕਰਕੇ ਇਹਨਾਂ ਨੂੰ ਪੈਸੇ ਦੇਤੇ ਜੀ। ਕਿੰਨੀ ਜ਼ਮੀਨ ਤੁਸੀਂ ਗਹਿਣੇ ਰੱਖੀ? 6 ਕਿੱਲੇ ਦਾ ਮੁੰਡੇ ਦੇ ਨਾਂ ਜੀ ਉਹ ਗਹਿਣੇ ਕੀਤੇ ਆ ਜੀ, ਇੱਕ ਦੁਕਾਨ ਵੇਚੀ ਆ ਜੀ, ਇੱਕ ਕਿੱਲਾ 2 ਕਿੱਲੇ ਦੇ ਨੇੜੇ ਪੈੜੀ ਵੇਚੀ ਜੀ। ਜਿਹੜੀ ਤੁਹਾਨੂੰ ਲੱਗਦਾ ਹੈ ਕਿ ਇਹ ਸ਼ੁਰੂਆਤ ਹੀ ਠੱਗੀ ਦੇ ਤੌਰ ਤੇ? ਸ਼ੁਰੂਆਤ ਹੀ ਸਾਰਾ ਸਾਨੂੰ ਪਤਾ ਨਹੀਂ ਜੀ ਲੱਗਿਆ, ਅਸੀਂ ਤਾਂ ਖੇਤੀਬਾੜੀ ਵਾਲੇ ਬੰਦੇ ਸੀਗੇ, ਉਹ ਪੜ੍ਹੇ ਲਿਖੇ ਸੀਗੇ, ਸਾਡੇ ਨਾਲ ਜੀ ਬਹੁਤ ਵੱਡਾ ਫਰਾਡ ਤੇ ਠੱਗੀ ਹੋ ਗਈ ਜੀ ਸਾਡੇ ਨਾਲ, ਤੇ ਬਹੁਤ ਤੰਗ ਪਰੇਸ਼ਾਨ ਆ ਜੀ ਅਸੀਂ ਤਾਂ ਮੁੰਡੇ ਦੀ ਸੈਟਿੰਗ ਬਾਰੇ ਹੀ ਸੀਗੇ ਜੀ ਵੀ ਚਲੋ ਇੱਕ ਐਂ ਸੀਗਾ ਵੀ ਇੱਥੋਂ ਚਲੋ ਰਿਸ਼ਤੇਦਾਰੀ ਚੋਂ ਆ ਵੀ ਇੱਥੇ ਕੋਠਿਆਂ ਦੇ ਵਿੱਚ ਉਹਨਾਂ ਦੀ ਰਿਸ਼ਤੇਦਾਰੀ ਆ, ਪਰ ਜੀ ਸਾਡੇ ਨਾਲ ਬਹੁਤ ਵੱਡਾ ਫਰਾਡ ਹੋ ਗਿਆ ਜੀ। ਉਹ ਵੀ ਸਾਡੇ ਨਾਲ ਉਹਨਾਂ ਨੇ ਡੀਐਸਪੀ ਸਾਹਿਬ ਦੇ ਬਿਆਨ ਦਿੱਤੇ ਆ, ਵਿਚੋਲੇ ਨੇ ਵੀ ਦੋ ਇੱਥੇ ਮੁੰਡੇ ਸੀਗੇ ਵਿਚੋਲੇ, ਉਹਨਾਂ ਨੇ ਵੀ ਸਾਨੂੰ ਜਿਹੜੇ ਹੈਗੇ ਨਾਲ ਸਾਡੇ ਉਹਨਾਂ ਦੇ ਵੀ ਬਿਆਨ ਲਿਖੇ ਆ ਤੇ ਸਾਰਾ ਕੁਝ ਉਹਨਾਂ ਨੇ ਵੀ ਦੱਸਿਆ ਜੀ ਵੀ ਬਹੁਤ ਵੱਡਾ ਤੁਹਾਡੇ ਨਾਲ ਫਰਾਡ ਧੱਕਾ ਹੋ ਗਿਆ ਜੀ। ਜਦੋਂ ਰਹਿੰਦੀ ਸੀ ਉਦੋਂ ਕੋਈ ਗੱਲਾਂ ਬਾਤਾਂ ਤਾਂ ਲੱਗਦਾ ਸੀ ਵੀ ਕਿਸ ਤਰੀਕੇ ਨਾਲ ਧੋਖਾ? ਮੈਂ ਤਾਂ ਜੀ ਜਦੋਂ ਇੱਥੇ ਪਹਿਲਾਂ ਤਾਂ ਥੋੜਾ ਚਿਰ ਰਹੀ ਆ ਜੀ, ਹੋਰ ਆ ਤੇ ਤਾਂ ਚੁਆਰਿਆਂ ਚ ਰਹਿ ਸੀਗੀ ਹੋਰ ਸੀਗੀ, ਤੇ ਮੈਂ ਤਾਂ ਜੀ ਇਹ ਤੋਂ ਬਾਅਦ ਜਦੋਂ ਇੱਥੇ ਵੱਧ ਚਿਰ ਰਹੀ ਉਦੋਂ ਮੈਂ ਤਾਂ ਬਹੁਤ ਮਹੀਨਾ ਤਾਂ ਮੈਂ ਲੁਧਿਆਣੇ ਡੀਐਮਸੀ ਦਾਖਲ ਰਿਹਾ ਜੀ, ਢਿੱਲਾ ਸੀਗਾ ਬਹੁਤ ਜੀ। ਮੈਂ ਇਹ ਤੋਂ ਬਾਅਦ ਤਾਂ ਹਜੇ ਤੱਕ ਵੀ ਮੇਰਾ ਸਰੀਰ ਕੰਮ ਨਹੀਂ ਪੂਰਾ, ਮੈਂ ਤਾਂ ਹਜੇ ਸ਼ੂਗਰ ਬਹੁਤ ਜ਼ਿਆਦਾ ਰਹਿੰਦਾ ਜੀ, ਤੇ ਬਾਕੀ ਮੈਂ ਤਾਂ ਢਿੱਲਾ ਰਹਿੰਦਾ ਜੀ। ਬਾਕੀ ਇਹਦੀ ਦਿਮਾਗ ਤੇ ਲੋਡ ਟੈਨਸ਼ਨ ਰਹਿੰਦੀ ਆ ਹਰ ਵਕਤ, ਇਕੱਲਾ ਜਵਾਕ ਆ ਜੀ, ਬਹੁਤ ਜ਼ਿਆਦਾ ਪ੍ਰਮਾਤਮਾ ਨੇ ਮੇਰੇ ਨਾਲ ਧੱਕਾ ਹੋ ਗਿਆ ਜੀ। ਅਸੀਂ ਤਾਂ ਜੀ ਇਹੀ ਮੰਗ ਕਰਦੇ ਹਾਂ ਜੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਵਿਦੇਸ਼ਾਂ 'ਚ ਰਹਿ ਕੇ ਹੋਰ ਕਰਕੇ ਜੀ ਬਹੁਤ ਸਾਡੇ ਨਾਲ ਧੱਕਾ ਹੋਇਆ ਜੀ, ਬਹੁਤ ਸਾਡੇ ਨਾਲ ਵੱਡੀ ਠੱਗੀ ਵੱਜ ਗਈ ਜੀ। ਸਾਰਾ ਕੁਝ ਸਾਡੇ ਨਾਲ ਜਾਇਦਾਦ ਹੋਰ ਆ, ਸਾਰਾ ਕੁਝ ਅਸੀਂ ਤਾਂ ਵੇਚ ਬੈਠੇ ਜੀ। ਗੁਰਵਿੰਦਰ, ਜਦੋਂ ਮੈਰਿਜ ਹੋਈ ਸੀ ਆ ਫੋਟੋਗ੍ਰਾਫ ਸਾਰੀਆਂ ਅਸੀਂ ਦੇਖ ਰਹੇ ਹਾਂ, ਉਦੋਂ ਤੁਹਾਨੂੰ ਕੋਈ ਜੱਜਮੈਂਟ ਨਹੀਂ ਹੋਈ ਵੀ ਇਸ ਤਰੀਕੇ ਨਾਲ ਕੋਈ ਠੱਗੀ ਵੱਜ ਸਕਦੀ ਹੈ? ਨਹੀਂ ਜੀ, ਅਸੀਂ ਆਖਿਆ ਵਿੱਚ ਇਹਨਾਂ ਦੇ ਰਿਸ਼ਤੇਦਾਰ ਆ ਜੀ, ਵਿਚੋਲੇ ਆ, ਵਿੱਚ ਸਾਰੀ ਗੱਲਬਾਤ ਸੀਗੀ ਵੀ ਜਦੋਂ ਵਿਆਹ ਕਰ ਲਿਆ ਜਾਂ ਹੋਰ ਆ ਵੀ ਕੋਈ ਗੱਲ ਨਹੀਂ, ਵੀ ਨਹੀਂ ਇਹੋ ਜਿਹੀ ਕੋਈ ਗੱਲ ਹੋਣੀ, ਪਰ ਸਾਰਾ ਉਹਨਾਂ ਦਾ ਜੀ ਪ੍ਰੀ ਪਲਾਨ ਸਾਰਾ ਪਹਿਲਾਂ ਤੋਂ ਤਿਆਰ ਹੀ ਸੀਗਾ ਜੀ। ਲਾਸਟ ਟਾਈਮ ਫਿਰ ਕਦੋਂ ਗੱਲ ਹੋਈ ਤੁਹਾਡੇ ਉਹਦੇ ਨਾਲ? ਉਹਦੇ 11ਵੇਂ ਮਹੀਨੇ 2020 ਚ ਹੋਈ ਸੀਗੀ ਜੀ। ਉਦੋਂ ਬਾਅਦ ਉਹਨੇ ਮਤਲਬ ਕਿ ਆਪਦੇ ਮਾਪਿਓ ਨੂੰ ਵੀ ਬਾਹਰ ਸੱਦਣ ਦੀ ਕੋਸ਼ਿਸ਼ ਕੀਤੀ ਆ, ਜਦੋਂ ਸਾਨੂੰ ਪਤਾ ਲੱਗਦਾ ਵੀ ਹੁਣ ਵੀ ਪੁਲਿਸ ਵੀ ਉਹਨਾਂ ਨੂੰ ਭਜਾ ਕੇ ਖੁਸ਼ ਆ ਵੀ ਉਦੋਂ ਬਾਅਦ ਕਾਰਵਾਈ ਕਰਾਂਗੇ ਜਦੋਂ ਬਾਹਰ ਭੱਜ ਗਏ, ਕਿਉਂਕਿ 2 ਜਾਣੇ ਤਾਂ ਜੀ ਜਿਹੜੇ ਵਿੱਚੋਂ ਆਰੋਪੀ ਉਹ ਤਾਂ ਪਹਿਲਾਂ ਹੀ ਬਾਹਰ ਆ, ਤੇ ਦੋਵਾਂ ਨੂੰ ਭਜਾਉਣ ਦੀ ਤਿਆਰੀ ਹੈ ਜੀ। ਅਸੀਂ ਤਾਂ ਜੀ ਇਹੀ ਵੀ ਜੋ ਸਬੂਤਾਂ ਦੇ ਆਧਾਰ ਤੇ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਜੀ। ਜਿਹੜੇ ਸਾਰੇ ਪ੍ਰੂਫ ਹੈ ਕੋਰਟ 'ਚ ਵੀ ਲਾਏ ਤੁਸੀਂ? ਕੋਰਟ 'ਚ ਨਹੀਂ ਜੀ, ਅਸੀਂ ਇਹ ਡੀਐਸਪੀ ਫੂਲ ਨੂੰ ਦਿੱਤੇ ਸੀ। ਉਹਨਾਂ ਦੀ ਜਿਹੜੀ ਐਪਲੀਕੇਸ਼ਨ ਬਣੀ ਸੀ ਜੀ, ਉਹਨਾਂ ਨੇ ਉਹਦੀ ਬਲੈਂਕਟ ਬੇਲ ਤੇ ਡੀਐਸਪੀ ਸਾਹਿਬ ਨੇ ਕੋਰਟ ਚਲਾਈ ਸੀਗੀ, ਉਹ ਉਹਨਾਂ ਦੀ ਬਲੈਂਕਟ ਬੇਲ ਜਿਹੜੀ ਖਾਰਜ ਹੋ ਗਈ, ਰਿਜੈਕਟ ਹੋ ਗਈ ਜੀ। ਤੇ ਹੁਣ ਜਿੰਨਾ ਪੈਸਾ ਤੁਹਾਡਾ ਬਰਬਾਦ ਹੋਇਆ, ਸਾਰਾ ਵੇਸਟ ਹੋਇਆ। ਹਾਂਜੀ, ਅਸੀਂ ਤਾਂ ਜੀ ਜੋ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਜੋ ਬਣਦੀ ਕਾਰਵਾਈ ਕੀਤੀ ਜਾਵੇ ਜੀ, ਮਿਹਨਤੀ ਹੈ ਜੀ। ਉਹਨੇ ਕਿਹਾ ਸੀ ਕਿ ਬਾਹਰ ਲੈ ਕੇ ਜਾਊਂਗੀ ਜਾਂ ਜੀ ਕੋਈ ਗੱਲਬਾਤ ਹੋਈ ਸੀ ਕੋਈ ਪਹਿਲਾਂ? ਨਹੀਂ ਜੀ, ਬਾਹਰ ਇਹੀ ਗੱਲ ਸੀ ਵੀ ਵਿਆਹ ਪੱਕਾ, ਵੀ ਹਾਂ ਕੋਈ ਵੀ ਉਧਰ ਸੈਟਲ ਹੋ ਜਾਾਂਗੇ, ਕੋਈ ਐ ਨਹੀਂ ਸੀ ਵੀ ਸਾਡਾ ਕੋਈ ਹਾਂ ਵੀ ਬਾਹਰ ਜਾਣ ਦਾ ਜੀ ਜਾਂ ਹੋਰ ਕੋਈ ਇਹੋ ਜਿਹਾ ਨਹੀਂ ਸੀਗਾ ਜੀ, ਪੱਕਾ ਸੀ ਸਾਰਾ ਕੰਮ। ਹਾਂਜੀ, ਬਹੁਤ ਜ਼ਿਆਦਾ ਵੱਡੀ ਹੈ। ਜਿਹੜੇ ਉਹਦੇ ਮਾਪੇ ਉਹਨਾਂ ਨੂੰ ਮਿਲੇ ਤੁਸੀਂ ਦੁਬਾਰਾ? ਅਸੀਂ ਪੰਚਾਇਤ ਅਸੀਂ 2 ਜਾਣੇ ਭੇਜੇ ਜੀ ਰਾਜੀ, ਉਹ ਕਹਿੰਦੇ ਅਸੀਂ ਤਾਂ ਨਾ ਕੁੜੀ ਤੋਰਨੀ ਆ ਨਾ ਪੈਸੇ ਦੇਣੇ ਆ, ਜਿਹੜਾ ਕੁਝ ਹੁੰਦਾ ਕਰ ਲਓ। ਅਸੀਂ ਰਾਜੀਨਾਮੇ ਨੂੰ ਵੀ ਕਿਹਾ ਸੀਗਾ। ਸਗੋਂ ਜੀ ਫੋਨ ਤੇ ਸਾਨੂੰ ਤਾਂ ਧਮਕੀ ਆਈ ਹੈ ਜੀ, ਮਾਂ ਕਹਿੰਦੀ ਵੀ ਐਕਸੀਡੈਂਟ ਹੋ ਗਿਆ ਜੀ, ਐਕਸੀਡੈਂਟ ਦਾ ਵੀ ਉੱਧਰ ਡਰਾਮਾ ਬਣਾਇਆ ਗਿਆ ਜੀ। ਗੱਲ ਸੁਣ ਲਓ, ਡਰਾਮਾ ਬਣਾ ਕੇ ਤੇ ਫਿਰ ਮਾਂ ਨੇ ਮੁੰਡੇ ਨੂੰ ਇਹ ਕਹਿੰਦੀ ਮੈਂ ਤੁਹਾਡੇ ਸਾਰੇ ਟੱਬਰ ਤੇ ਪਰਚਾ ਕਰਾ ਦੂੰ, ਤੇ ਫਿਰ ਅਸੀਂ ਇੱਥੋਂ ਉਹਨਾਂ ਦਾ ਕੋਈ ਬੰਦਾ ਵੀ ਭੇਜਿਆ ਵੀ ਐਂ ਕਰਕੇ ਭਾਈ ਆਹ ਗੱਲਬਾਤ ਆ, ਤੇ ਇਹ ਤੋਂ ਬਾਅਦ ਜੀ ਬਸ ਉਹਨਾਂ ਨੇ ਐਪਲੀਕੇਸ਼ਨ ਥਾਣੇ ਦੇਤੀ ਜੀ। ਬਸ ਥਾਣੇ ਦੇ ਵਿੱਚ ਮੇਲ ਆਈ ਆ, ਸਾਨੂੰ ਤਾਂ ਮੇਲ ਤੇ ਸੱਦਿਆ ਗਿਆ, ਤੇ ਸੱਦ ਕੇ ਤੇ ਸਾਨੂੰ ਤਾਂ ਐਪਲੀਕੇਸ਼ਨ ਦੇਤੀ ਜੀ। ਦੂਜਾ ਆਪਣਾ ਵੀ ਦਾਜ ਦੇ ਮੰਗਦੇ ਆ ਜੀ, ਵੀ ਐ ਮੰਗਦੇ ਆ ਸਾਨੂੰ, ਸਗੋਂ ਦੀ ਉਲਟਾ ਸਾਡੇ ਤੇ ਵੀ ਦਾਜ ਦੇ ਦਾ। ਹਾਂਜੀ, ਕੈਨੇਡਾ 'ਚ ਸਾਡੇ ਵਰਖਲਾਫ ਜੀ। ਉਹ ਵੀ ਜੀ ਜਿਹੜੀ ਉਹ ਐਸਐਚਓ ਸਾਹਿਬ ਨਾਲ ਮਿਲੇ ਹੋਏ ਸੀਗੇ, ਉਹਨਾਂ ਨੇ ਸਾਨੂੰ ਕਿਹਾ ਵੀ ਏਡੀਜੀਪੀ ਅਮਨਦੀਪ ਸਿੰਘ ਜਿਹੜਾ ਰਾਏ ਆ, ਉਹਦੇ ਵੱਲੋਂ ਮੈਨੂੰ ਮਾਰਕ ਹੋਈ ਆ ਐਪਲੀਕੇਸ਼ਨ, ਜਿਹੜਾ ਕਿ ਸਾਨੂੰ ਬਾਅਦ ਚੋਂ ਪਤਾ ਲੱਗਿਆ ਵੀ ਉਹ ਸਾਰਾ ਕੁਝ ਹੀ ਫਰਾਡ ਸੀ। ਨਾ ਕੋਈ ਐਪਲੀਕੇਸ਼ਨ ਏਡੀਜੀਪੀ ਸਾਹਿਬ ਵੱਲੋਂ ਆਈ ਸੀ, ਨਾ ਕੋਈ ਸੀਗੀ, ਉਹ ਸਾਰਾ ਕੁਝ ਐਸਐਚਓ ਸਾਹਿਬ ਨਾਲ ਮਿਲ ਕੇ ਠੱਗੀ ਦੇ ਵਿੱਚ ਇਨਵੋਲਵ ਸੀ। ਇਹਨੇ ਕੰਪਲੇਂਟ ਕੋਈ ਕੀਤੀ ਸੀ ਐਸਐਚਓ ਨੂੰ? ਨਹੀਂ, ਉਹ ਏਡੀਜੀਪੀ ਨੂੰ ਕੀਤੀ ਸੀ। ਐਸਐਚਓ ਸਾਹਿਬ ਕਹਿੰਦੇ ਮੈਨੂੰ ਏਡੀਜੀਪੀ ਸਾਹਿਬ ਵੱਲੋਂ ਆਈ ਆ, ਵੀ ਮੈਨੂੰ ਤਬਦੀਸ਼ ਕਰਨ ਲਈ ਆਈ ਆ। ਜਦੋਂ ਸਾਨੂੰ ਪਤਾ ਲੱਗਿਆ ਵੀ ਐਨਆਰਆਈ ਵਿੰਗ ਬਣੇ ਵੀ ਆ, ਐਨਆਰਆਈ ਥਾਣੇ ਦੇ ਵਿੱਚ ਰਿਪੋਰਟ ਆਉਂਦੀ ਹੁੰਦੀ ਆ ਵੀ ਜੇ ਕੋਈ ਵੀ ਏਡੀਜੀਪੀ ਅਮਨਦੀਪ ਸਿੰਘ ਰਾਏ ਨੂੰ ਆਊ ਤਾਂ ਉਹ ਐਨਆਰਆਈ ਥਾਣੇ ਨੂੰ ਦੇਣਗੇ।
ਤੇ ਇਹ ਸਾਰਾ ਕੁਝ ਫਰਾਡ ਸੀਗਾ ਜੀ। ਜੀ ਬਿਲਕੁਲ, ਇਹ ਗੁਰਪਿੰਦਰ ਸਿੰਘ ਹੈ, ਤੁਸੀਂ ਦੇਖ ਰਹੇ ਹੋ ਇਹਦੀ ਮੈਰਿਜ ਸੰਦੀਪ ਕੌਰ ਨੋਹੀ ਜਿਹੜੀ ਬਠਿੰਡਾ ਦੀ ਹੈ, ਕੈਨੇਡਾ ਦੇ ਵਿੱਚ ਰਹਿ ਰਹੀ ਹੈ। ਤਾਂ ਵਿਆਹ ਤੋਂ ਪਹਿਲਾਂ ਜਿਵੇਂ ਇਹਨਾਂ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ 50 ਲੱਖ ਦਾ ਕਿਹਾ ਗਿਆ, ਸਾਡਾ ਜਿਹੜਾ ਖਰਚਾ 50 ਲੱਖ ਦੇ ਕਰੀਬ ਹੋਊਗਾ, ਤੇ ਉਹ 50 ਲੱਖ ਇਹਨਾਂ ਤੋਂ ਲਿੱਤਾ ਵੀ ਗਿਆ, ਵੱਖ-ਵੱਖ ਜਿਹੜੇ ਤਰੀਕਿਆਂ ਦੇ ਨਾਲ ਦਿੱਤਾ ਗਿਆ। ਤਾਂ ਇਹਨਾਂ ਨੇ ਕਹਿਣਾ ਕਿ ਵਿਆਹ ਤੋਂ ਪਹਿਲਾਂ ਉਮੀਦ ਨਹੀਂ ਸੀ ਕਿ ਇਸ ਤਰੀਕੇ ਦੀ ਠੱਗੀ ਹੋਊਗੀ, ਪਰ ਹੁਣ ਇਹਨਾਂ ਨਾਲ ਜਿਹੜੀ ਠੱਗੀ ਹੋਈ ਹੈ, ਇਹਨਾਂ ਦਾ ਨੌਜਵਾਨ ਮੁੰਡਾ ਜਿਹੜਾ ਇੱਥੇ ਸੰਦੀਪ ਕੌਰ ਨਾਲ ਜਿਹਦਾ ਵਿਆਹ ਹੋਇਆ ਸੀ, ਅੱਜ ਉਹ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਿਹਾ। ਤੇ ਨਾਲ ਇਹਨਾਂ ਦਾ ਕਹਿਣਾ ਕਿ ਜ਼ਿਲ੍ਹਾ ਦੇ ਜਿਹੜੇ SSP ਹੈ ਕਿਸੇ ਤਰੀਕੇ ਦੀ ਕੋਈ ਕਾਰਵਾਈ ਉਹਨਾਂ ਆਰੋਪੀਆਂ ਦੇ ਖਿਲਾਫ ਨਹੀਂ ਕਰ ਰਹੇ ਜਿਨ੍ਹਾਂ ਨੇ ਉਹਨਾਂ ਨਾਲ ਐਡੀ ਵੱਡੀ ਠੱਗੀ ਕੀਤੀ ਹੈ। ਇਸ ਕਰਕੇ ਵਿਆਹ ਕਰਵਾਉਣ ਤੋਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਇਹ ਕਿਸ ਝਾਂਸੇ 'ਚ ਫਸੇ ਰਹੇ ਆ, ਇਹ ਖੁਦ ਇਹਨਾਂ ਨੂੰ ਵੀ ਪਤਾ ਲੱਗਿਆ। ਹੁਣ ਇਸ ਮਾਮਲੇ 'ਚ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੇ DGP ਕੀ ਇਹਨਾਂ ਨੂੰ ਇਨਸਾਫ ਦਿੰਦੇ, ਆਉਣ ਵਾਲਾ ਸਮਾਂ ਹੀ ਦੱਸੇਗਾ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਆ, ਜਿੱਥੇ ਇੱਕ ਪਾਸੇ ਭਗਤਾ ਭਾਈਕਾ ਦੇ ਗੁਰਪਿੰਦਰ ਸਿੰਘ ਨੇ ਆਰੋਪ ਲਾਇਆ ਕਿ ਬਠਿੰਡਾ ਦੀ ਵਸਨੀਕ ਸੰਦੀਪ ਕੌਰ ਜਿਹੜੀ ਕੈਨੇਡਾ 'ਚ ਰਹਿ ਰਹੀ ਹੈ, ਉਹਦੇ ਮਾਪਿਓ ਨੇ ਉਸ ਪਰਿਵਾਰ ਨਾਲ ਠੱਗੀ ਕੀਤੀ, ਯਾਨੀ ਗੁਰਪਿੰਦਰ ਸਿੰਘ ਨੇ ਠੱਗੀ ਕੀਤੀ ਹੈ। ਕਰੀਬ 68 ਲੱਖ ਰੁਪਇਆ ਉਹਨੇ ਖਰਚ ਕੀਤਾ, ਪੈਲੀ ਵੇਚੀ ਹੈ। ਇਹ ਸਾਰਾ ਮਸਲਾ ਜਿਹੜਾ ਕਾਫੀ ਜ਼ਿਆਦਾ ਉਲਝਿਆ ਹੋਇਆ, ਤੇ ਇਸ ਕਰਕੇ ਸਾਡਾ ਫਰਜ਼ ਬਣਦਾ ਸੀ ਕਿ ਅਸਲੀ ਕਹਾਣੀ ਕੀ ਹੈ, ਦੋਨੋਂ ਪੱਖ ਦੱਸਣੇ ਜ਼ਰੂਰੀ ਹੈ। ਇਸ ਕਰਕੇ ਗੁਰਪਿੰਦਰ ਸਿੰਘ ਦੀ ਵੀ ਕਹਾਣੀ ਤੁਹਾਨੂੰ ਅਸੀਂ ਦਿਖਾਈ ਹੈ। ਗੁਰਪਿੰਦਰ ਕੀ ਕਹਿ ਰਿਹਾ ਕਿ ਵਿਆਹ ਤੋਂ ਪਹਿਲਾਂ 50 ਲੱਖ ਦੀ ਡਿਮਾਂਡ ਕੀਤੀ ਗਈ ਸੀ, ਕੀ ਉਹ ਸੱਚਾਈ ਹੈ, ਕੀ 68 ਲੱਖ ਰੁਪਏ ਖਰਚ ਹੋਇਆ, ਜਿਸ ਤਰੀਕੇ ਨਾਲ ਉਹ ਪ੍ਰੂਫ ਦਿਖਾ ਰਿਹਾ। ਸਾਡੇ ਨਾਲ ਬਠਿੰਡਾ ਤੋਂ ਸੰਦੀਪ ਕੌਰ ਜਿਹੜੀ ਕੈਨੇਡਾ ਦੀ ਲੜਕੀ ਹੈ, ਜਿਹਦੇ ਪਰਿਵਾਰ ਦੇ ਉੱਤੇ ਐਲੀਗੇਸ਼ਨ ਲੱਗਿਆ ਕਿ ਉਹਨਾਂ ਨਾਲ ਇਸ ਪਰਿਵਾਰ ਨੇ ਗੁਰਪਿੰਦਰ ਨਾਲ ਠੱਗੀ ਕੀਤੀ ਹੈ। ਤਾਂ ਮਾਤਾ ਜੀ ਨੇ ਸਾਡੇ ਨਾਲ, ਸੰਦੀਪ ਕੌਰ ਦੇ ਮਾਤਾ ਜੀ, ਇਹਨਾਂ ਦਾ ਵੀਰਪਾਲ ਕੌਰ ਹੈ। ਇਹਨਾਂ ਤੋਂ ਜਾਣਦੇ ਆ ਗੁਰਪਿੰਦਰ ਨਾਲ ਤੁਹਾਡੀ ਬੇਟੀ ਦਾ ਰਿਸ਼ਤਾ ਹੋਇਆ ਸੀ, 2019 ਚ ਵਿਆਹ ਹੋਇਆ। ਪਹਿਲਾਂ ਦੱਸੋ 50 ਲੱਖ ਜਿਹੜੀ ਉਹ ਗੱਲ ਕਹਿ ਰਿਹਾ, 50 ਲੱਖ ਰੁਪਏ ਦਾ ਰੌਲਾ ਕੀ ਹੈ? 50 ਲੱਖ ਤੁਸੀਂ ਡਿਮਾਂਡ ਕੀਤੀ ਸੀ ਉਹਨਾਂ ਤੋਂ? ਨਾ ਜੀ, ਅਸੀਂ ਕੋਈ ਡਿਮਾਂਡ ਨਹੀਂ ਕੀਤੀ, ਸਭ ਝੂਠ ਬੋਲਦੇ ਆ ਜੀ। ਸਾਡੇ ਤੇ ਪ੍ਰੈਸ਼ਰ ਪਾ ਕੇ, ਸਾਡੀਆਂ ਮਿਹਨਤਾਂ ਕਰਕੇ ਧੱਕੇ ਨਾਲ ਰਿਸ਼ਤਾ ਲਿਆ ਗਿਆ ਜੀ ਸਾਤੋਂ। ਆ ਵੀਡੀਓ ਰਿਕਾਰਡਿੰਗਾਂ ਸਾਰੇ ਪ੍ਰੂਫ ਹੈ ਸਾਡੇ ਕੋਲੇ। ਸਾਡੇ ਨਾਲ ਬਹੁਤ ਧੱਕਾ ਕੀਤਾ ਇਹਨਾਂ ਨੇ। ਸਾਨੂੰ ਇਹ ਕਿਹਾ ਵੀ ਜੋ ਅਸੀਂ ਤਾਂ ਇਹ ਕਹਿਤਾ ਸੀ ਸਾਡੇ ਤਾਂ ਇਹਨਾਂ ਲੀਵਰ ਦੇ ਪੇਸ਼ੈਂਟ ਹੈ, ਸਾਡੇ ਸਾਰੇ ਅਸੀਂ ਪੈਲੀ ਵੇਚ ਕੇ ਵੀ ਸਾਰੇ ਪੈਸੇ ਲਾਈ ਬੈਠੇ ਆ ਜੀ ਲੀਵਰ ਦੇ, ਕੋਈ ਸਾਡੇ ਕੋਲੇ ਪੈਸਾ ਨਹੀਂ ਸੀ ਲਾਉਣ ਨੂੰ। ਇਹ ਕਹਿੰਦੇ ਸਾਡੀ ਇੱਜ਼ਤ ਨਹੀਂ ਰਹਿੰਦੀ, ਤੁਸੀਂ ਸਾਡੇ ਤੇ ਖਰਚਾ ਕਰੋ, ਪੈਸੇ ਅਸੀਂ ਲਾਵਾਂਗੇ ਜੋ ਵੀ ਲੱਗਣਗੇ। ਜਿੱਥੇ ਲਾਏ ਹੈਗਾ ਜੀ ਇਹਨਾਂ ਨੇ ਲੱਗੇ ਪੈਸੇ ਸਾਡੇ, ਇਹਨਾਂ ਨੇ ਦਿੱਤਾ ਸਾਨੂੰ ਸਿਰਫ ਸਾਡੀ ਸਟੇਟਮੈਂਟ ਚੈੱਕ ਕੀਤੀ ਜਾਵੇ 23 ਲੱਖ ਰੁਪਇਆ ਦਿੱਤਾ। 13 ਵਿਆਹ ਤੋਂ ਪਹਿਲਾਂ 10 ਲੱਖ ਬਾਅਦ 'ਚ 23 ਲੱਖ ਰੁਪਇਆ ਸਾਡੇ ਖਾਤੇ 'ਚ ਆਇਆ ਜੀ। ਇਹ ਸਾਡੇ ਤੇ ਝੂਠੇ ਰੋਪ ਲਾ ਰਹੇ ਆ, ਝੂਠੀਆਂ ਸਾਡੇ ਤੇ ਉਹ ਕਰ ਰਹੇ ਆ। ਸਾਡਾ ਅਸੀਂ 31 ਲੱਖ ਤੋਂ ਵੀ ਉੱਪਰ ਦਾ ਖਰਚਾ ਕਰੀ ਬੈਠੇ ਇਹਨਾਂ ਤੇ। ਸਾਡੇ ਕੋਲੇ ਜਿਹਦੇ ਸਾਰੇ ਮਾਡਲ ਜਵੈਲਰ ਦੇ ਹਰ ਇੱਕ ਚੀਜ਼ ਦੇ ਸਾਡੇ ਕੋਲੇ ਪੱਕੇ ਬਿੱਲ ਹੈ ਜੀ। ਅਸੀਂ ਪ੍ਰੂਫਾਂ ਨਾਲ ਗੱਲ ਕਰਾਂਗੇ ਜੋ ਵੀ ਕਰਾਂਗੇ। ਤੇ ਸਾਡੇ ਨਾਲ ਗਲਤ ਕਰ ਰਹੇ, ਸਾਡੇ ਨਾਲ ਠੱਗੀ ਇਹਨਾਂ ਨੇ ਮਾਰੀ ਹੈ। ਬੇਟੇ ਦੀ ਉਮਰ ਨਹੀਂ ਦੱਸੀ ਜੀ, ਇਹ ਹਜੇ ਵੀ 30 ਅਗਸਤ ਨੂੰ 21 ਸਾਲ ਦਾ ਹੋਊਗਾ ਜੀ। 30 ਅਗਸਤ ਨੂੰ 21 ਸਾਲ ਦਾ, ਤੇ 2 ਸਾਲ ਮੈਰਿਜ ਹੋਈ ਨੂੰ ਵੀ ਹੋ ਗਏ ਜੀ। ਦੱਸੋ ਅਸੀਂ ਕਿਹੜੇ ਹਿਸਾਬ ਨਾਲ ਇਹਨੂੰ ਬਾਹਰ ਲੈ ਕੇ ਜਾਈਏ? ਮੈਰਿਜ ਨਹੀਂ ਰਜਿਸਟਰਡ ਹੁੰਦੀ, ਨਹੀਂ ਲਿਜਾ ਸਕਦੇ ਅਸੀਂ। ਉਦੋਂ ਪਹਿਲਾਂ ਬੇਟੀ ਲੋਕਡਾਊਨ 'ਚ ਆਈ ਹੈ ਜੀ। ਇਹਨਾਂ ਨੇ ਆਪਦਾ ਸਾਰਾ ਰੰਗ ਵਿਖਾਤਾ ਬੇਟੀ ਨੂੰ, ਜੋ ਵੀ ਲੋਕਡਾਊਨ ਦੇ ਵਿੱਚ ਇਹਨਾਂ ਦੇ ਚਿੱਤ ਸੀਗਾ ਸਾਡੇ ਨਾਲ, ਉੱਥੇ ਲਿਜਾ ਕੇ ਵੀ ਹੋ ਜਾਣਾ ਸੀ। ਇਹਨਾਂ ਨੇ ਘਰੇ ਸਾਰਾ ਕੁਛ ਕੱਢ ਕੇ ਵਿਖਾਤਾ ਜੀ ਸਾਨੂੰ, ਵੀ ਸਾਨੂੰ ਅਸੀਂ ਨਹੀਂ ਆਪਦਾ ਜੋ ਸਹੀ ਚਿਹਰਾ ਸੀ ਉਹ ਕੱਢ ਕੇ ਵਿਖਾਤਾ ਬੇਟੀ ਨੂੰ। ਇਹਨਾਂ ਨੇ ਬਹੁਤ ਤੰਗ ਪਰੇਸ਼ਾਨ ਕੀਤਾ। ਇਹਦੀ ਨਨਾਣ ਨੇ ਉੱਥੇ ਬੇਟੀ ਢਿੱਲੀ ਹੋ ਗਈ ਜੀ ਜਾ ਕੇ, ਉਹ ਵੀ ਸਾਡੇ ਤੇ ਰੋਪ ਲਾ ਰਹੇ ਆ ਬੱਚੇ ਦੇ। ਬੇਟੀ ਉੱਥੇ ਢਿੱਲੀ ਹੋਈ ਆ, ਉਹ ਸਾਰੇ ਸਾਡੇ ਕੋਲ ਡਾਕਟਰਾਂ ਦੇ ਪ੍ਰੂਫ ਹੈ ਜੀ ਵੀ ਕੀ ਕਾਰਨ ਕਰਕੇ ਢਿੱਲੀ ਹੋਈ ਹੈ ਬੇਟੀ। ਇਹ ਫੋਟੋਆਂ ਤੁਸੀਂ ਦਿਖਾ ਰਹੇ ਹੋ, ਇਹ ਫੋਟੋਆਂ ਦੀ ਅਸਲੀਅਤ ਕੀ ਹੈ ਇਹਦੇ 'ਚ? ਇਹ ਜੀ ਸਾਡੇ ਨਾਲ ਕੋਈ ਇਹਨਾਂ ਨੇ ਹਜੇ ਗੱਲਬਾਤ ਨਹੀਂ ਕੀਤੀ ਸੀ। ਬੇਟੀ ਨੂੰ ਸਾਥੋਂ ਪਾਸੇ ਗੱਲਾਂ ਕਰਕੇ ਪਾਸੇ ਮੁੰਡਿਆਂ ਨਾਲ, ਮੰਡੀਰ ਨਾਲ, ਆ ਦੇਖੋ ਜਿਨ੍ਹਾਂ ਦੇ ਪਿੰਡ ਦੀ ਮੰਡੀਰ ਹੈ, ਜਿਨ੍ਹਾਂ ਨਾਲ ਬਰਥਡੇ ਮਨਾਉਂਦਾ ਸੀ ਸਾਡੀ ਗੈਰ ਹਾਜ਼ਰੀ 'ਚ। ਇਹ ਜਿਹੜੀ ਤਸਵੀਰਾਂ ਹੈ, ਇਹ ਤਸਵੀਰ ਜਿਹੜੀ 21 ਜਨਵਰੀ ਦੀ ਹੈ, ਆ ਦੇਖ ਲਓ। ਹਾਂਜੀ, ਇਹ ਹੈਗੀ 2020 ਦੀ। ਹਾਂਜੀ, ਇਹ ਵਿਆਹ ਤੋਂ ਪਹਿਲਾਂ ਦੀ ਹੈ? ਪਹਿਲਾਂ ਦੀ ਹੈ ਜੀ, ਪਹਿਲਾਂ ਦੀ ਵਿਆਹ ਤੋਂ। ਇਹਦੇ 'ਚ ਸਾਡਾ ਇਹਨਾਂ ਨਾਲ ਹਜੇ ਕੋਈ ਗੱਲਬਾਤ ਨਹੀਂ ਸੀਗੀ ਜੀ। ਅਸੀਂ ਫਿਰ ਵੀ ਚੁੱਪ ਕਰ ਗਏ ਕਿ ਕੋਈ ਗੱਲ ਨਹੀਂ, ਵੀ ਜਦੋਂ ਕਰਨਾ ਹੀ ਹੈ। ਇਹਨਾਂ ਨੇ ਹਰ ਇੱਕ ਥਾਂ ਧੱਕਾ ਕੀਤਾ ਜੀ ਸਾਡੇ ਨਾਲ, ਹਰ ਇੱਕ ਥਾਂ ਧੱਕਾ ਕੀਤਾ ਰਿਸ਼ਤਾ ਲੈਣ ਵਾਸਤੇ। ਇਹਦੀ ਨਨਾਣ ਹੈ ਜੀ, ਉੱਥੇ ਵੀ ਉਹਨੇ ਵੀ ਬੇਟੀ ਨਾਲ ਜਦੋਂ ਢਿੱਲੀ ਹੋ ਗਈ, ਇੱਕ ਬੁੜੀ ਦੀ ਢਿੱਲ ਮੱਸ ਨੂੰ ਬੁੜੀ ਸਮਝ ਸਕਦੀ ਹੈ, ਉਹਨੇ ਵੀ ਬੇਟੀ ਨੂੰ ਨਹੀਂ ਸਾਂਭਿਆ ਚੰਗੀ ਤਰ੍ਹਾਂ। ਬੇਟੀ ਨਾਲ ਬਹੁਤ ਬੁਰਾ ਵਿਹਾਰ ਕੀਤਾ ਕੈਨੇਡਾ ਦੇ ਵਿੱਚ। ਉਹ ਗੁਰਪਿੰਦਰ ਤੇ ਉਹਦੇ ਫਾਦਰ ਉਹ ਸਾਰੇ ਡਾਕੂਮੈਂਟ ਦਿਖਾ ਰਹੇ ਨੇ ਕਿ ਟ੍ਰਾਂਜੈਕਸ਼ਨ ਹੋਈ ਹੈ 5-5 ਲੱਖ ਦੀ, ਉਹ ਵੀ ਦਿਖਾ ਰਹੇ ਆ। ਇੱਕ ਉਹਦੇ ਵਿੱਚ ਮੈਂਸ਼ਨ ਕਰ ਰਿਹਾ ਕਿ ਟਿਕਟ, ਤੁਹਾਡੇ ਬੇਟੇ ਦੇ ਟਿਕਟ ਦਾ ਵੀ ਉਹਨੇ ਖਰਚਾ ਜਿਹੜਾ ਉਹ ਖੁਦ ਕੀਤਾ। ਨਹੀਂ, ਟਿਕਟ ਦਾ ਨਹੀਂ ਕੀਤਾ, ਟਿਕਟ ਦਾ ਤਾਂ ਨਹੀਂ ਹੋਇਆ ਸੀ ਆਪਣਾ। ਜੇ ਹੋਏ ਵੀ ਆ ਸਾਰੇ 23 ਲੱਖ 'ਚ ਹੋਏ ਆ ਜੀ ਖਰਚੇ, ਜੋ ਵੀ ਹੋਏ ਆ। ਆ ਸਾਰਾ ਤੁਹਾਡੇ ਸਾਹਮਣੇ ਪ੍ਰੂਫ ਪਏ ਆ। ਸਾਡੀ ਸਟੇਟਮੈਂਟਾਂ ਚਾਰਾਂ ਦੀ ਕਢਾਈ ਜਾਵੇ, ਸਟੇਟਮੈਂਟ ਬੱਚਿਆਂ ਦੀ ਸਾਡੀ। ਇਹਨਾਂ 23 ਲੱਖ ਤੋਂ ਬਿਨਾਂ ਸਾਡੇ ਖਾਤੇ ਦੇ ਪੈਸੇ ਆਏ ਹੋਣ, ਚਾਰਾਂ ਦੇ ਪਰਿਵਾਰ ਦੇ ਖਾਤੇ 'ਚ ਪੈਸੇ ਆਏ ਹੋਣ, ਸਾਨੂੰ ਜੋ ਮਰਜ਼ੀ। ਕਹਿੰਦੇ ਸਾਡਾ 68 ਲੱਖ ਰੁਪਏ ਜਿਹੜਾ 68 ਲੱਖ ਰੁਪਏ ਜਦੋਂ ਫਿਰ ਇਹ ਕਹਿੰਦੇ ਗੱਲ 50 ਲੱਖ ਦੀ ਹੋਈ, 68 ਲੱਖ ਇਹਨਾਂ ਨੇ ਕਿਵੇਂ ਲਾਤਾ ਜੀ? ਲੋੜ ਤੋਂ ਵੀ ਵੱਧ ਕਿਵੇਂ ਲਾਈ ਜਾਂਦੇ? ਇਹਨਾਂ ਕੋਲ ਇੰਨੇ ਪੈਸੇ ਕਿੰਨੇ ਕੁ ਆ ਗਏ ਜੀ?
ਇਹ ਜਿਹੜਾ ਇਹ ਦੱਸੋ, ਚਲੋ ਕੁੜੀ ਬਾਹਰ ਰਹਿੰਦੀ ਸੀ, ਵਿਆਹ ਵੀ ਬਹੁਤ ਵਧੀਆ ਤੁਸੀਂ ਕੀਤਾ, ਬਹੁਤ ਵਧੀਆ ਜੀ, ਡਿਸਪਿਊਟ ਕਿਸ ਗੱਲ ਤੋਂ ਪਿਆ? ਕਿ ਇਹ ਇੱਥੇ ਜੀ ਬੇਟੀ ਨੂੰ ਤੰਗ ਪਰੇਸ਼ਾਨ ਕਰਨ ਲੱਗੇ। ਬੇਟੀ ਨੂੰ ਬੱਚਾ ਹੋਣ ਵਾਲਾ ਸੀਗਾ, ਸੀ ਵੀ ਬੇਟਾ ਚੰਗੀ ਚੀਜ਼ ਸੀਗੀ ਜੀ। ਇਹਨਾਂ ਨੇ ਉੱਥੇ ਕੁੜੀ ਨੂੰ ਜਾਨੀ ਇੰਨਾ ਪਰੇਸ਼ਾਨ ਕੀਤਾ, ਲੋਕਡਾਊਨ 'ਚ ਵੀ ਕਹਿੰਦੇ ਜਾ ਕੈਨੇਡਾ, ਜਿਵੇਂ ਮਰਜ਼ੀ ਜਾ ਕੈਨੇਡਾ। ਉਹ ਉਵੇਂ ਇਹਨਾਂ ਨੇ ਟਿਕਟ ਕਰਾ ਕੇ ਤੋਰਤੀ ਜੀ। ਉਹ ਰਸਤੇ ਦੇ ਵਿੱਚ ਰੱਬ ਜਾਣੇ ਕੋਈ ਜਹਾਜ਼ 'ਚ ਕੋਈ ਪ੍ਰੋਬਲਮ ਆ ਗਈ, ਜਾਣ ਸਾਰ ਉੱਥੇ ਜਾ ਕੇ ਢਿੱਲੀ ਹੋ ਗਈ ਜੀ, ਖੂਨ ਪੈਣ ਲੱਗ ਗਿਆ। ਉਹ ਸਾਰੀਆਂ ਸਟੇਟਮੈਂਟਾਂ ਡਾਕਟਰਾਂ ਦੀਆਂ ਸਾਡੇ ਕੋਲੇ ਪ੍ਰੂਫ ਹੈ। ਜੋ ਵੀ ਡਾਕਟਰਾਂ ਨੇ ਕਿਹਾ ਵੀ ਬੱਚਾ ਸਾਨੂੰ ਵੀ ਇਹ ਕਰਨਾ ਪਊਗਾ ਅਬੋਰਸ਼ਨ, ਵੀ ਨਹੀਂ ਇਹ ਬਚ ਨਹੀਂ ਸਕਦਾ ਬੱਚਾ। ਕੋਈ ਗੱਲ ਪਹਿਲਾਂ ਵੀ ਹੋਈ ਸੀ ਕਿ ਵਿਆਹ ਤੋਂ ਬਾਅਦ ਮੁੰਡਾ ਬਾਹਰ ਜਾਊਗਾ, ਕੁਛ ਇਹੋ ਜਿਹਾ ਕਿਹਾ ਸੀਗਾ? ਉਹ ਤਾਂ ਹੀ ਵਿਆਹ ਆਪਾਂ ਤਾਂ ਹੀ ਕਰਦੇ ਆ ਵੀ ਜੇ ਬੇਟੀ ਦਾ ਵਿਆਹ ਕੀਤਾ ਤਾਂ ਉਹ ਇੱਥੇ ਥੋੜੀ ਛੱਡ ਕੇ ਜਾਂਦੀ ਇਹਨੂੰ ਲੈ ਕੇ ਜਾਂਦੀ, ਪਰ ਇਹਦੀ ਉਮਰ ਤਾਂ ਹੋਵੇ ਜੀ। ਇਹ ਉਮਰ ਵੀ ਨਹੀਂ ਹੋਈ ਜੀ, ਮੈਰਿਜ ਰਜਿਸਟਰ ਨਹੀਂ ਹੋਈ। ਸਾਰਾ ਇਹਦੇ ਕਲੇਸ਼ ਬਹੁਤ ਜ਼ਿਆਦਾ ਬੇਟੀ ਨਾਲ ਪਾ ਰੱਖਿਆ ਸਾਰੇ ਪਰਿਵਾਰ ਨੇ, ਇਹਦੀ ਸੱਸ ਨੇ, ਨਨਾਣ ਨੇ। ਇਹਨਾਂ ਨੇ ਕੀ ਆਪ ਵੀ ਬੇਟੀ ਦਾ ਰਿਸ਼ਤਾ ਕੀਤਾ ਜੀ ਰਾਮਿਆਂ ਨੇ, ਮਨਿੰਦਰ ਸਿੰਘ ਦੇ ਨਾਲ। ਉਹਨਾਂ ਤੋਂ ਵੀ ਇਹਨਾਂ ਨੇ ਪੈਸੇ ਲਏ ਆ ਜੀ। ਇਹ ਵੀ ਪੈਸੇ ਮੋੜਨ ਉਹਨਾਂ ਦੇ ਸਾਥੋਂ ਇਹ ਪੈਸੇ ਮੰਗ ਕਰਦੇ ਆ। ਸਾਡੀ ਬੇਟੀ ਦੀ ਇੱਜ਼ਤ ਕੋਈ ਨਹੀਂ ਜੀ, ਸਾਥੋਂ ਪੈਸੇ, ਇਹਨਾਂ ਨੂੰ ਪੈਸੇ ਚਾਹੀਦੇ। ਸਾਡੀ ਬੇਟੀ ਦੀ ਇੱਜ਼ਤ ਖਰਾਬ ਹੋਈ ਹੈ, ਉਹਦੀ ਸਾਰੀ ਜਵਾਨੀ ਖਰਾਬ ਕਰਤੀ ਇਹਨਾਂ ਨੇ। ਅਸੀਂ ਉਹਦਾ ਕੀ ਕਰ ਗਏ? ਸਾਨੂੰ ਇਨਸਾਫ ਦਿਵਾਇਆ ਜਾਵੇ, ਸਾਨੂੰ ਹਿੱਸਾ ਮਿਲਣਾ ਚਾਹੀਦਾ ਬੇਟੀ ਨੂੰ। ਅਸੀਂ ਕਿਸੇ ਗੱਲ ਤੇ ਕੰਪਰੋਮਾਈਜ਼ ਇਹਨਾਂ ਨਾਲ ਕਰਨ ਨੂੰ ਤਿਆਰ ਨਹੀਂ। ਸਾਨੂੰ ਬੇਟੀ ਨੂੰ ਇਨਸਾਫ ਦਿਵਾਇਆ ਜਾਵੇ, ਜਿਹੜੀ ਇਹਨਾਂ ਤੇ ਕਾਰਵਾਈ ਬਣਦੀ ਇਹਨਾਂ ਤੇ ਕੀਤੀ ਜਾਵੇ। ਸਾਡੇ ਤੇ ਅਸੀਂ ਠੱਗੀ ਮਾਰੀ ਨਹੀਂ, ਸਾਡੇ ਤੇ ਕਿਉਂ ਰੋਪ ਲੱਗ ਰਹੇ ਝੂਠੇ? ਸਾਡੇ ਸਾਰੇ ਅਫਸਰ ਸਾਡੇ ਸੱਚ ਨੂੰ ਸੁਣ ਰਹੇ ਆ ਜੀ। ਸਾਰੇ ਅਫਸਰ ਸਾਡੇ ਨਾਲ ਬਹੁਤ ਵਧੀਆ, SSP ਸਾਹਿਬ ਜੋ 50 ਲੱਖ ਦੀ ਕੋਈ ਗੱਲ ਨਹੀਂ ਹੋਈ ਸਾਡੇ ਨਾਲ। ਇਹਨਾਂ ਨੇ ਜੋ ਖਰਚੇ ਪੱਠੇ ਨੂੰ ਕਿਹਾ ਸੀ, ਖਰਚੇ ਪੱਠੇ ਨੇ ਇਹਨਾਂ ਨੇ ਸਾਨੂੰ 23 ਲੱਖ ਰੁਪਇਆ ਦਿੱਤਾ। 31 ਲੱਖ ਤੋਂ ਉੱਪਰ ਅਸੀਂ ਖਰਚੇ ਇਹਨਾਂ ਤੇ ਕਰੀ ਬੈਠੇ ਹਾਂ। ਇਦੋਂ ਵੱਧ ਕੇ ਸਾਡੇ ਕੋਲੇ ਹੋਰ ਕੋਈ ਉਹ ਨਹੀਂ। ਕੁੜੀ ਨਾਲ ਤੁਸੀਂ ਗੱਲਬਾਤ ਕਰੀ, ਉਹ ਕੀ ਕਹਿੰਦੀ ਹੈ? ਉਹ ਕਹਿੰਦੀ ਹੈ ਕਹਿੰਦੇ ਰੱਖਣਾ ਹੀ ਨਹੀਂ ਅਸੀਂ ਬੇਟੀ ਨੂੰ। ਇਹ ਕਹਿੰਦੇ ਜਾਂ ਤਾਂ ਪਰਚਾ ਕਰਾ, ਆਪਦੇ ਮਾਂ ਪਿਓ ਤੇ ਪਰਚਾ ਕਰਾ ਵੀ ਉਹਨਾਂ ਨੇ ਤੈਨੂੰ ਅਬੋਰਸ਼ਨ ਕਰਾਇਆ, ਤੇਰਾ ਦਵਾਈ ਤੇਰੀ ਮਾਂ ਨੇ ਦਿੱਤੀ ਹੈ। ਇਹ ਗੱਲ ਇਹਨਾਂ ਨੇ ਕਹੀ ਹੈ ਵੀ ਪਰਚਾ ਕਰਾ, ਨਹੀਂ ਸਾਨੂੰ 80 ਲੱਖ ਰੁਪਇਆ ਦਵਾ ਆਪਦੇ ਮਾਂ ਪਿਓ ਤੋਂ। ਬੇਟੀ ਕਹਿੰਦੀ ਇਹ ਹੋ ਨਹੀਂ ਸਕਦਾ, ਮੈਂ ਕਿਵੇਂ ਕਰਾਂ, ਨਾ ਮੈਂ ਪਰਚਾ ਕਰਾ ਸਕਦੀ ਹਾਂ। ਇੱਕ ਚੀਜ਼ ਉਹ ਹੋਰ ਕਹਿ ਰਹੇ ਆ, ਕਹਿੰਦੇ ਕੁਝ ਦਿਨ ਪਹਿਲਾਂ 25 ਲੱਖ ਦੀ ਵੀ ਡਿਮਾਂਡ ਕੀਤੀ ਗਈ ਹੈ। ਅਸੀਂ 25 ਲੱਖ ਕੀ ਕਰਨਾ ਜੀ, ਕਾਹਦੇ ਵਾਸਤੇ? ਅਸੀਂ ਤਾਂ ਜੋ ਲਿਆ ਅਸੀਂ ਤਾਂ ਪੱਲਿਓਂ ਲਾ ਕੇ ਉਹ ਵੀ ਇਹਨਾਂ ਦੇ ਘਰੇ ਘਲਤਾ। ਇਹਨਾਂ ਦਾ ਘਰੇ ਸਾਡੇ ਨਾਲ ਜੋ ਵੀ ਫਰਨੀਚਰ ਬੇਟੀ ਦਾ ਗਿਆ ਵਾ, ਕੱਲੀ ਚੀਜ਼ ਦੇ ਸਾਡੇ ਕੋਲੇ ਪ੍ਰੂਫ ਹੈ ਜੀ। ਇਹਨਾਂ ਦੇ ਘਰੇ ਅੱਜ ਵੀ ਚੈੱਕ ਕੀਤਾ ਜਾਵੇ, ਜੋ ਸਿਉਣਾ ਜੋ ਸਾਰਾ ਕੁਛ ਹੈ। ਅਸੀਂ ਪੱਲਿਓਂ ਪੈਸੇ ਲਾ ਕੇ, ਹੋਰ ਇਹਨਾਂ ਨੇ 23 ਦਿੱਤਾ, ਅਸੀਂ 31 ਲੱਖ ਤੋਂ ਉੱਪਰ ਦਾ ਪੈਸਾ ਲਾ ਕੇ ਇਹਨਾਂ ਦੇ ਖਰਚ ਕਰਕੇ ਇਹਨਾਂ ਦੇ ਘਰੇ ਸਾਰਾ ਸਮਾਨ ਭੇਜਤਾ। ਸਾਡੇ ਕੋਲੇ ਕੁਛ ਨਹੀਂ, ਸਾਥੋਂ ਗਲਤ ਮੰਗ ਕੀਤੀ ਜਾ ਰਹੀ ਹੈ, ਸਾਡੇ ਨਾਲ ਧੱਕਾ ਹੋ ਰਿਹਾ, ਸਾਨੂੰ ਪਰੇਸ਼ਾਨ ਕਰਦੇ ਆ। ਇਹ ਲੀਵਰ ਦੇ ਮਰੀਜ਼ ਹੈ, ਇਹਨਾਂ ਨੂੰ ਕੁਛ ਵੀ ਹੁੰਦਾ ਉਹਦੇ ਜ਼ਿੰਮੇਵਾਰ ਇਹ ਸਾਰਾ ਭਗਤੇ ਵਾਲਾ ਪਰਿਵਾਰ ਹੋਊਗਾ। ਕੋਈ ਵੀ ਇਹਨਾਂ ਦੇ ਇਹ ਹਰ ਵਕਤ ਰਹਿੰਦੇ ਆ ਟੈਨਸ਼ਨ ਦੇ ਵਿੱਚ। ਬੇਟੀ ਹੈ ਉੱਥੇ, ਬੇਟੀ ਪਰੇਸ਼ਾਨੀ 'ਚ ਰਹਿੰਦੀ ਹੈ, ਉਹਨੂੰ ਇਹਨੇ ਬਹੁਤ ਪਰੇਸ਼ਾਨ ਕੀਤਾ ਵਾ ਇਹਨਾਂ ਨੇ। ਸਾਡੀ ਇਹੀ ਮੰਗ ਹੈ ਜੀ, ਅਸੀਂ ਕਹਿੰਦੇ ਵੀ ਜੇ ਸਾਡੇ ਇਹਨਾਂ ਨੇ 70 ਲੱਖ ਸਾਡੇ ਤੇ ਲਾਇਆ, ਇਹ ਪ੍ਰੂਫ ਕਰਦੇ ਆ, ਤਾਂ ਉਹ ਜੀ ਹੋ ਜੇ। ਤੇ ਨਹੀਂ, ਸਾਨੂੰ ਸਾਡੀ ਬੇਟੀ ਦੀ ਜ਼ਿੰਦਗੀ ਖਰਾਬ ਹੋਈ ਹੈ ਜੀ, ਸਾਨੂੰ ਇਨਸਾਫ ਦਿੱਤਾ, ਸਾਡੀ ਬੇਟੀ ਨੂੰ ਹਿੱਸਾ ਦਿਵਾਇਆ ਜਾਵੇ ਜੀ। ਜੋ ਇਹਨਾਂ ਨੇ 15 ਕਿੱਲੇ ਦੱਸੇ ਸੀ, 15 ਕਿੱਲਿਆਂ ਤੋਂ ਬਣਦਾ ਹੱਕ ਸਾਡੀ ਬੇਟੀ ਨੂੰ ਦਿੱਤਾ ਜਾਵੇ। ਅਸੀਂ ਇਹੀ ਮੰਗ ਕਰਦੇ ਹਾਂ। ਅਸੀਂ ਸਾਰੇ ਪੁਲਿਸ ਅਫਸਰ ਸਾਰਾ ਪਹਿਲਾਂ ਹੀ ਮੁੰਡਾ ਇਨ ਟੱਚ ਸੀ, ਕੁੜੀ ਦੇ ਨਾਲ ਟੱਚ ਸੀਗਾ ਜੀ, ਸਾਥੋਂ ਪਾਸੇ ਟੱਚ ਸੀ। ਇਹਨੇ ਪਿੰਡ ਚੋਂ ਨੰਬਰ ਲਿਆ, ਉੱਥੋਂ ਦਾ ਮੁੰਡਾ ਪ੍ਰਦੀਪ ਹੈ ਜੀ ਜਿਹਨੇ ਨੰਬਰ ਦਿੱਤਾ ਇਹਨੂੰ। ਕਿਤੋਂ ਪਤਾ ਨਹੀਂ ਰੱਬ ਜਾਣੇ ਕਿੱਥੋਂ ਲੈ ਕੇ ਦਿੱਤਾ ਨੰਬਰ ਉਹਨੇ। ਫਿਰ ਇਹ ਬੇਟੀ ਨਾਲ ਟੱਚ 'ਚ ਰਿਹਾ, ਬੇਟੀ ਨੂੰ ਸਾਥੋਂ ਪਾਸੇ ਸਾਰੇ ਕੁਛ ਹੋਇਆ ਜੀ। ਆ ਜੋ ਵੀ ਹੋਇਆ ਸਾਡੇ ਕਹਿਣੇ ਤੋਂ ਬਾਹਰ ਇਹਨੇ ਸਾਰਾ ਕੀਤਾ। ਕੁੜੀ ਨੂੰ ਮੁੰਡਿਆਂ ਦੇ ਨਾਲ ਹੀ ਕੁੜੀ ਨੂੰ ਇਕੱਲਾ ਲੈਣ ਗਿਆ ਜੀ, ਸਾਨੂੰ ਦੱਸਿਆ ਵੀ ਨਹੀਂ ਕਿ ਮੈਂ ਲੈਣ ਜਾਣਾ। ਆ ਰਿਕਾਰਡਿੰਗ ਵੀ ਸੁਣਾਈ ਹੈ ਤੁਹਾਨੂੰ, ਵਿਆਹ ਤੋਂ ਪਹਿਲਾਂ ਸਾਰਾ ਕੁਛ, ਵਿਆਹ ਤੋਂ ਪਹਿਲਾਂ ਜੋ ਵੀ ਇਹਦਾ ਕੀ ਫਰਜ਼ ਬਣਦਾ ਸੀ ਸਾਡੀ ਬੇਟੀ ਨੂੰ ਬਾਹਰੋਂ ਲੈ ਕੇ, ਦਿੱਲੀੋਂ ਲੈ ਕੇ ਆਉਂਦਾ। ਇਹ ਕੌਣ ਹੁੰਦੇ ਆ ਸਾਡੀ ਬੇਟੀ ਨੂੰ ਲੈ ਕੇ ਆਉਣ ਵਾਲੇ ਵੀ ਦਿੱਲੀੋਂ ਇਹ ਲੈ ਕੇ ਆਉਣ? ਸਾਡਾ ਵਿੱਚੋਂ ਇਹਨਾਂ ਨੇ ਰੋਲ ਮੁਕਾਤਾ। ਕੀ ਗੱਲ, ਕਿਉਂ ਨਹੀਂ ਇਹਨਾਂ ਨੇ ਸਾਡੀ ਪੁੱਛ ਦੱਸ ਰੱਖੀ? ਅਸੀਂ ਮਾਂ ਪਿਓ ਸੀਗੇ, ਅਸੀਂ ਪਾਲ ਪਲੋਸ ਕੇ ਬਾਹਰ ਭੇਜੀ ਹੈ, ਇੰਨਾ ਖਰਚ ਕਰਤਾ ਸੀ। ਚੜਾਉਣ ਜਾਂਦੇ ਆ, ਜਿੰਨੇ ਵਾਰੀ ਚੜਾਉਣ ਗਏ ਆ। ਬੇਟੀ ਵਿਆਹ ਤੋਂ ਬਾਅਦ ਵੀ 2-3 ਵਾਰੀ ਆ ਗਈ ਜਿਨ੍ਹਾਂ ਨੇ ਬੁਲਾਈ ਹੈ। ਜੋ ਠੱਗੀ ਮਾਰੀ ਹੁੰਦੀ, ਉਹਨੇ ਕੋਈ ਵੀ ਕੀਤਾ ਹੁੰਦਾ, ਉਹ ਬਾਅਦ 'ਚ ਕਿਉਂ ਆਉਂਦੀ? ਉਹਦੀ ਨਨਾਣ ਦਾ ਵਿਆਹ ਸੀ, ਮਹੀਨਾ ਹੋਇਆ ਸੀ ਗਈ ਨੂੰ, ਇਹਨਾਂ ਨੇ ਮਹੀਨੇ ਬਾਅਦ ਫੇਰ ਸੱਦ ਲਈ ਜੀ। ਅਸੀਂ ਇਹਨਾਂ ਨੂੰ ਕਿਹਾ ਕਿ ਨਾ ਸੱਦੋ, ਹੁਣੇ ਗਈ ਹੈ, ਇਹਨਾਂ ਨੇ ਫੇਰ ਮਹੀਨੇ ਬਾਅਦ ਸੱਦ ਲਈ ਜੀ। ਹਾਂਜੀ, ਸਾਡਾ ਕੋਰਟ ਕੇਸ ਪਾਇਆ ਵਾ ਜੀ। ਜੇ ਇੰਨੇ ਸੱਚੇ ਹੈ, ਕੋਰਟ ਕੇਸ ਬੇਟੀ ਨੇ ਪਾਇਆ ਹਰਾਸਮੈਂਟ ਦਾ ਸਾਰਾ, ਵੀ ਮੈਨੂੰ ਇੰਨਾ ਹਰਾਸਮੈਂਟ ਕੀਤਾ, ਮੇਰੇ ਮਾਂ ਪਿਓ ਦੀ ਖਾਤਰ ਇੰਨਾ ਗਲਤ ਕਹਿੰਦੇ ਆ ਜੀ ਇਹ। ਤੇ ਉਹ ਸਾਰਾ ਸਾਨੂੰ ਜੋ ਇਹ ਸੱਚੇ ਹੈ ਇਹ ਕੋਰਟ 'ਚ ਪ੍ਰੂਫ ਦੇ ਦੇਣ। ਕਿਉਂ ਸਾਡੀ ਬਦਨਾਮੀ ਕਰਦੇ ਆ? ਕਿਉਂ ਸਾਡੇ ਖਿਲਾਫ ਵੀਡੀਓ ਬਣਾ ਪਾਉਂਦੇ ਆ? ਜੇ ਸੱਚੇ ਕੋਰਟ 'ਚ ਇਹ ਪ੍ਰੂਫ ਦੇ ਦੇਣ, ਅਸੀਂ ਦੇ ਦਾਂਗੇ। ਜੋ ਫੈਸਲਾ ਜੱਜ ਸਾਹਿਬ ਦੇਣਗੇ ਅਸੀਂ ਮੰਨਣ ਨੂੰ ਤਿਆਰ ਹਾਂ। ਕੁੜੀ ਨੂੰ ਕਹਿੰਦਾ ਮੈਂ ਵਾਇਰਲ ਕਰੂੰਗਾ ਫੋਟੋ, ਤੇਰੀਆਂ ਫੋਟੋ ਮੇਰੇ ਕੋਲੇ ਆ। ਉਹ ਬੇਟੀ ਦੀਆਂ ਵੀ ਇਹਨੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ। ਉਹ ਵੀ ਮੈਂਟਲੀ ਅਪਸੈਟ ਹੋ ਗਈ ਇਹ ਚੀਜ਼ 'ਤੇ। ਕੋਈ ਫੋਟੋ ਆ, ਕਹਿੰਦਾ ਮੇਰੇ ਕੋਲੇ, ਮੈਂ ਫੋਟੋ ਵਾਇਰਲ ਕਰੂੰਗਾ।
ਹਰ ਇੱਕ ਚੀਜ਼ ਤੇ ਸਾਨੂੰ ਧਮਕੀਆਂ ਜੀ, ਪਰੇਸ਼ਾਨੀ ਜਾਣੀ ਸਿਰੋਂ ਪਰੇ ਪਰੇਸ਼ਾਨੀ ਕੀਤੀ ਹੈ ਸਾਨੂੰ। ਜਦੋਂ ਵੀ ਆਉਂਦਾ ਰਿਹਾ ਵਿਆਹ ਤੋਂ ਬਾਅਦ ਵੀ ਸਾਨੂੰ ਬਹੁਤ ਪਰੇਸ਼ਾਨ ਕਰਦਾ ਰਿਹਾ ਜੀ ਸਾਨੂੰ। ਸਾਰੇ ਪਰਿਵਾਰ ਨੇ, ਇਹਦੇ ਪਿਓ ਨੇ ਸਭ ਤੋਂ ਜ਼ਿਆਦਾ ਇਹਦੇ ਪਿਓ ਦਾ ਘਰ ਖਰਾਬ ਕਰਨ ਦੇ ਵਿੱਚ ਹੱਥ ਆ ਜੀ। ਪਿਓ ਦਾ ਤੇ ਇਹਨਾਂ ਦੀ ਕੁੜੀ ਦਾ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ ਕੁੜੀ ਨੂੰ। ਸਾਰੇ ਪਰਿਵਾਰ ਨੇ ਹੀ। ਸੱਸ ਨੇ ਚੁੱਲ੍ਹੇ ਤੇ ਰੋਟੀਆਂ ਪਕਵਾਈਆਂ ਜੀ ਮੇਰੀ ਧੀ ਤੋਂ, ਕਿ ਕੈਨੇਡਾ ਦੀ ਸ਼ਹਿਰ ਦੀ ਜੰਮੀ ਪਲੀ ਬੇਟੀ ਕੈਨੇਡਾ ਦੀ ਰਹਿੰਦੀ ਹੋਈ ਚੁੱਲ੍ਹੇ ਤੇ ਰੋਟੀਆਂ, ਉਹਨੂੰ ਕਹਿੰਦੇ ਸੀ ਸਿਲੰਡਰ ਅਸੀਂ ਨਹੀਂ ਭਰਾਉਂਦੇ, ਚੁੱਲ੍ਹੇ ਤੇ ਰੋਟੀਆਂ ਲਾਓ ਜੀ। ਇਹ ਸਭ ਸੱਚ ਹੈ, ਅਸੀਂ ਇੱਕ ਵੀ ਗੱਲ ਝੂਠ ਨਹੀਂ ਬੋਲਦੇ। ਸਾਨੂੰ ਜਿੰਨਾ ਤੰਗ ਪਰੇਸ਼ਾਨ ਕੀਤਾ ਹੈ, ਆਖਰੀ ਸਵਾਲ ਹੈ, ਤੁਹਾਡੇ ਵੱਲੋਂ ਕੋਈ 50 ਲੱਖ ਦੀ ਡਿਮਾਂਡ? ਕੋਈ ਸਾਡੇ ਵੱਲੋਂ 50 ਲੱਖ ਦੀ ਡਿਮਾਂਡ ਨਹੀਂ ਜੀ। ਇਹ ਸਾਡੇ ਤੇ ਝੂਠੇ ਆਰੋਪ ਲਾ ਰਹੇ ਆ। ਕੋਈ 70 ਲੱਖ ਇਹਨਾਂ ਨੇ ਸਾਨੂੰ ਦਿੱਤਾ ਨਹੀਂ ਗਾ ਜੀ। ਹਾਂਜੀ। ਸੋ ਇਹ ਸਨ ਸੰਦੀਪ ਕੌਰ, ਜਿਹੜੀ ਕੈਨੇਡਾ ਦੀ ਵਸਨੀਕ ਹੈ। ਉਹਨਾਂ ਦੇ ਮਾਤਾ ਜੀ ਵੀਰਪਾਲ ਕੌਰ ਨੇ ਜਿਹੜੀ ਖਬਰ ਹੈਗੀ, ਕਿਉਂਕਿ ਦੋਨੋਂ ਪੱਖ ਦਿਖਾਣੇ ਜ਼ਰੂਰੀ ਹੈਗੇ। ਅਸਲੀਅਤ ਕੀ ਹੈ ਇਹਦਾ ਫੈਸਲਾ ਜਿਹੜੀ ਜਾਂਚ ਕਮੇਟੀ ਹੈਗੀ ਆ ਕੋਰਟ ਨੇ ਕਰਨਾ। ਪਰ ਫਿਲਹਾਲ ਦੋਨੋਂ ਹੀ ਮਸਲੇ ਜਿਹੜੇ ਉਲਝੇ ਹੋਏ, ਇੱਕ ਪਾਸੇ ਗੁਰਪਿੰਦਰ ਕਹਿ ਰਿਹਾ ਕਿ ਉਹਨਾਂ ਦਾ 68 ਲੱਖ ਲੱਗਾ, ਦੂਜੇ ਪਾਸੇ ਪਰਿਵਾਰ ਕਹਿ ਰਿਹਾ ਕਿ ਇਹਨਾਂ ਨੇ ਕੋਈ ਪੈਸੇ ਡਿਮਾਂਡ ਨਹੀਂ ਕੀਤੀ। ਹੁਣ ਇਹਦੇ ਵਿੱਚ ਸੱਚਾਈ ਕੀ ਹੈ, ਇਹ ਜਿਹੜਾ ਕੋਰਟ ਦਾ ਫੈਸਲਾ ਜਾਂ ਪੁਲਿਸ ਦੀ ਜਿਹੜੀ ਰਿਪੋਰਟ ਹੈਗੀ ਆ ਉਹ ਅੱਗੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗੀ। ਪਰ ਫਿਲਹਾਲ ਇਹ ਜਿਹੜੇ ਮਸਲੇ ਆ, ਇਹ ਜਲਦੀ ਪਰਿਵਾਰਕ ਮਸਲੇ ਜਿਹੜੇ ਆ ਸੁਲਝਣੇ ਚਾਹੀਦੇ, ਨਹੀਂ ਤਾਂ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਗਲਤ ਮੈਸੇਜ ਆਮ ਲੋਕਾਂ ਲਈ ਸਮਾਜ ਦੇ ਵਿੱਚ ਫੈਲਦਾ ਹੈ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।